ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਗੁਰੂ ਸੱਚੇ ਪਾਤਸ਼ਾਹ ਜੀ ਦੇ ਵਿੱਚ ਮਹਾਰਾਜ ਫਰਮਾਨ ਕਰਦੇ ਆ, ਸੱਚੇ ਸ਼ਬਦ ਮਨ ਮੋਹਿਆ ਪ੍ਰਭ ਆਪੇ ਲਏ ਮਿਲਾਏ, ਅਨ ਦਿਨ ਨਾਮੇ ਰਤਿਆ ਜੋਤੀ ਜੋਤ ਸਮਾਏ, ਜੋਤੀ ਹੂੰ ਪ੍ਰਭ ਜਾਪਦਾ ਬਿਨ ਸਤਿਗੁਰ ਬੂਝ ਨਾ ਪਾਏ, ਜਿਨ ਕੋ ਪੂਰਬ ਲਿਖਿਆ ਸਤਿਗੁਰ ਭੇਟਿਆ ਤਿਨ ਆਏ। ਸੱਚੇ ਪਾਤਸ਼ਾਹ ਫਰਮਾਨ ਕਰਦੇ ਆ ਕਿ ਜੋ ਸੱਚਾ ਸ਼ਬਦ ਹੈ, ਸੱਚਾ ਸ਼ਬਦ ਇਸ ਕਰਕੇ ਕਿਹਾ ਗਿਆ ਹੈ ਕਿਉਂਕਿ ਸੰਸਾਰ ਦੇ ਵਿੱਚ ਜਿੰਨੀ ਵੀ ਕਿਰਿਆ ਚੱਲ ਰਹੀ ਹੈ, ਚਾਹੇ ਸਵਾਸਾਂ ਦੀ ਕਿਰਿਆ ਚੱਲ ਰਹੀ ਹੈ, ਚਾਹੇ ਸਾਡੀ ਆਵਾਜ਼ ਚੱਲ ਰਹੀ ਹੈ, ਉਸ ਦੇ ਵਿੱਚ ਰੁਕਾਵਟ ਹੈ, ਉਹ ਨਿਰੰਤਰ ਨਹੀਂ ਚੱਲ ਰਹੀ। ਕੁਝ ਸਮੇਂ ਲਈ ਰੁਕ ਜਾਂਦੀ ਹੈ, ਫਿਰ ਚੱਲ ਪੈਂਦੀ ਹੈ। ਪਰ ਜੋ ਅਨਹਦ ਸ਼ਬਦ ਹੈ ਇਹ ਨਿਰੰਤਰ ਚੱਲਦਾ ਰਹਿੰਦਾ ਹੈ, ਇਸ ਕਰਕੇ ਇਸ ਨੂੰ ਸੱਚਾ ਕਿਹਾ। ਔਰ ਦੂਸਰਾ, ਇਸ ਦੇ ਵਿੱਚ ਕੋਈ ਦੁਨਿਆਵੀ ਭਾਵ ਨਹੀਂ ਹੈਗਾ, ਇਹ ਨਿਰਮਲ ਆ। ਇਸ ਨੂੰ ਸੁਣਨ ਵਾਲਾ ਜੀਵ ਵੀ ਮਨ ਤਨ ਕਰਕੇ ਬਿਲਕੁਲ ਨਿਰਮਲ ਹੋ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਸੱਚੇ ਸ਼ਬਦ ਮਨ ਮੋਹਿਆ। ਇਸ ਸ਼ਬਦ ਨੂੰ ਸੁਣਨ ਦੇ ਨਾਲ ਜਿਹੜੇ ਸੱਚੇ ਵਾਲੇ ਗੁਣ ਸਾਡੇ ਆ ਜਾਂਦੇ ਆ, ਸਾਡੇ ਵਿੱਚ ਆ ਜਾਂਦੇ ਆ। ਇਸ ਕਰਕੇ ਭਗਤੀ ਨੂੰ ਇੰਨਾ ਸੌਖਾ ਕਰ ਦਿੱਤਾ ਸਤਿਗੁਰ ਨੇ ਵੀ ਜਿਹੜਾ ਸੱਚੇ ਸ਼ਬਦ ਨੂੰ, ਉਸ ਨਾਮ ਸ਼ਬਦ ਨੂੰ ਸਹਿਜ ਸਹਿਜ ਸੁਣਦਾ ਰਹਿੰਦਾ ਹੈ, ਉਸ ਦੇ ਨਾਲ ਸੁਰਤੀ ਜੋੜ ਲੈਂਦਾ ਹੈ, ਉਸ ਦੇ ਵਿੱਚ ਸਹਿਜ ਹੀ ਉਹ ਗੁਣ ਪ੍ਰਵੇਸ਼ ਕਰ ਜਾਂਦੇ ਨੇ ਜਿਹੜੇ ਅਕਾਲ ਪੁਰਖ ਨੂੰ ਦਰ ਦੇ ਉੱਪਰ ਆਏ ਹੋਏ ਬੱਚਿਆਂ ਦੇ ਵਿੱਚ ਭਾਉਂਦੇ ਆ, ਜਿਨ੍ਹਾਂ ਦੀ ਸਤਿਗੁਰ ਨੂੰ ਲੋੜ ਹੈ। ਉਹ ਸ਼ਬਦ ਦੀ ਸੇਵਾ ਕਰ ਕਰਕੇ ਉਹ ਗੁਣ ਸਾਡੇ ਵਿੱਚ ਪ੍ਰਵੇਸ਼ ਕਰ ਜਾਂਦੇ ਨੇ। ਇਹ ਗੱਲ ਕਾਲ ਨੂੰ ਪਤਾ ਹੈ ਵੀ ਜੇਕਰ ਮਨ ਇੱਕ ਚਿੱਤ ਹੋ ਕੇ ਸ਼ਬਦ ਦੀ ਸੇਵਾ ਕਰ ਲਵੇ ਤਾਂ ਇਸਨੇ ਸਹਿਜ ਸੁਭਾਅ ਹੀ ਮੇਰੇ ਜਾਲ ਦੇ ਵਿੱਚੋਂ ਮੁਕਤ ਹੋ ਜਾਣਾ ਹੈ। ਕਿਉਂਕਿ ਸ਼ਬਦ ਮਨ ਦੀ ਖੁਰਾਕ ਹੈ, ਸ਼ਬਦ ਦੇ ਵਿੱਚ ਤਾਕਤ ਹੈ, ਅੰਮ੍ਰਿਤ ਹੈ। ਇਹ ਮਨ ਨੂੰ ਮੁਕਤ ਕਰਾਉਣ ਦੇ ਵਿੱਚ ਸક્ષਮ ਹੈ। ਇਸ ਕਰਕੇ ਜਦੋਂ ਅਸੀਂ ਸੁਰਤੀ ਦੇ ਨਾਲ ਸ਼ਬਦ ਸੁਣਨ ਦੀ ਕੋਸ਼ਿਸ਼ ਕਰਦੇ ਹਾਂ, ਜਿਹੜਾ ਕਾਲ ਹੈ ਉਹ ਇਸ ਵਿੱਚ ਰੁਕਾਵਟ ਪਾਉਂਦਾ ਹੈ, ਸ਼ਬਦ ਸਾਨੂੰ ਸੁਣਨ ਨਹੀਂ ਦਿੰਦਾ। ਕਿਉਂਕਿ ਜੇ ਆਪਾਂ ਸ਼ਬਦ ਨੂੰ ਸੁਣਨਾ ਸਿੱਖ ਜਾਈਏ ਤੇ ਲਗਾਤਾਰ ਅਨਾਹਦ ਸ਼ਬਦ ਨੂੰ ਸੁਣਦੇ ਰਹੀਏ, ਨਾਮ ਸ਼ਬਦ ਨੂੰ ਸੁਣਦੇ ਰਹੀਏ, ਸਾਡੇ ਸਾਰੇ ਹਉਮੈ ਦੀਆਂ ਪੀੜਾ, ਰੋਗ ਸਾਡੀ ਸੁਰਤੀ ਦੇ ਵਿੱਚ ਆ ਗਏ, ਰੁਕਾਵਟਾਂ, ਇਹ ਆਪਣੇ ਆਪ ਦੂਰ ਹੋ ਜਾਂਦੀਆਂ। ਸ਼ਬਦ ਦੀ ਸੇਵਾ ਕਰਨ ਦੇ ਨਾਲ ਨਾਲ ਅੰਮ੍ਰਿਤ ਰਸ ਤਾਂ ਚੱਲਦਾ ਹੀ ਹੈ। ਸਾਡੇ ਵਿੱਚ ਦੁਨਿਆਵੀ, ਇਲਾਹੀ, ਲੋਕ ਤੇ ਪਰਲੋਕ ਦੇ ਵਿੱਚ ਗੁਣ ਪ੍ਰਵੇਸ਼ ਹੋ ਜਾਂਦੇ ਨੇ। ਦੂਸਰਾ, ਸਾਡੇ ਵਿੱਚ ਨਵੇਂ ਕਰਮ ਬਣ ਕੇ ਨਵੀਂ ਤਾਕਤ ਬਣਦੀ ਹੈ, ਜਿਸ ਕਰਕੇ ਅਸੀਂ ਸੰਸਾਰ ਦੇ ਵਿੱਚ ਵੀ ਪ੍ਰਵਾਨ ਹੁੰਦੇ ਹਾਂ ਤੇ ਦਰਗਾਹ ਦੇ ਵਿੱਚ ਵੀ ਪ੍ਰਵਾਨ ਹੁੰਦੇ ਹਾਂ। ਭਗਤੀ ਤਾਂ ਬਹੁਤ ਸੌਖੀ ਹੈ, ਪਰ ਸ਼ਬਦ ਨੂੰ ਸੁਣਨ ਦੇ ਲਈ ਜੋ ਕਾਲ ਰੁਕਾਵਟਾਂ ਪੈਦਾ ਕਰਦਾ ਹੈ, ਜੇਕਰ ਕੋਈ ਉਹ ਰੁਕਾਵਟਾਂ ਨੂੰ ਪਾਰ ਕਰ ਜਾਏ ਤਾਂ ਉਹ ਰੁਕਾਵਟਾਂ ਹੋਰ ਨਹੀਂ ਕੋਈ, ਸਾਨੂੰ ਵਿਚਾਰਾਂ ਕਰਕੇ ਸਾਡੇ ਮਨ ਦੇ ਵਿੱਚ ਲਿਆਏ ਗਏ ਬਦਲਾਅ ਵੀ ਹੁੰਦੇ ਨੇ। ਇੱਕ ਵਾਰੀ ਤਾਂ ਮਨ, ਆਪਾਂ ਜਿਵੇਂ ਹੁਣ ਸੰਗਤ ਦੇ ਵਿੱਚ ਆਉਂਦੇ ਹਾਂ, ਸਾਡਾ ਕਿੰਨਾ ਮਨ ਬਣ ਜਾਂਦਾ ਹੈ ਕਿ ਸ਼ਬਦ ਦੀ ਸੇਵਾ ਕਰਾਂਗੇ, ਦਿਨ ਰਾਤ ਕਰਾਂਗੇ,
ਕਿਉਂਕਿ ਉੱਥੇ ਅੰਮ੍ਰਿਤ ਵਰਸਦਾ ਹੈ। ਪਰ ਜਦੋਂ ਹੀ ਅਸੀਂ ਸੰਗਤ ਦੇ ਵਿੱਚੋਂ ਚਲੇ ਜਾਂਦੇ ਹਾਂ, ਕਾਲ ਦੇਖਦਾ ਹੈ ਕਿ ਸੰਗਤ ਜਾਂ ਕਥਾ ਵਿਚਾਰ ਸੁਣਨ ਤੋਂ ਬਾਅਦ ਜਿਹੜਾ ਸਾਡਾ ਮਨ ਬਣਦਾ ਹੈ ਵੀ ਇਹ ਕੁਝ ਸਿੱਖ ਤਾਂ ਨਹੀਂ ਗਏ, ਕਿਤੇ ਸ਼ਬਦ ਦੀ ਸੇਵਾ ਕਰਨ ਦੇ ਲਈ ਇਹਨਾਂ ਦੇ ਆਪ ਦੇ ਜੀਵਨ ਨੂੰ ਬਦਲ ਤਾਂ ਨਹੀਂ ਲਿਆ। ਇਸ ਕਰਕੇ ਉਹ ਸਾਡੇ ਅੰਦਰ ਹੋਰ ਨਹੀਂ, ਕਿਰਤ ਦੇ, ਸਾਡੇ ਪਰਿਵਾਰ ਦੇ ਇਸ ਤਰ੍ਹਾਂ ਦੇ ਵਿਚਾਰ ਦਿੰਦਾ ਹੈ ਕਿ ਸਾਡਾ ਮਨ ਬਦਲ ਜਾਂਦਾ ਹੈ। ਕਿਉਂ? ਅੱਜ ਤੱਕ ਕੀਤੀ ਵਿਖਿਆ ਦ੍ਰਿੜ। ਜੇ ਮਨ ਨਾ ਬਣੇ, ਮਨ ਨਾ ਬਦਲੇ ਔਰ ਆਪਾਂ ਦ੍ਰਿੜ ਰਹੀਏ ਕਿ ਸ਼ਬਦ ਦੀ ਸੇਵਾ ਕਰਨੀ ਕਰਨੀ ਹੈ, ਤਾਂ ਦਿਨਾਂ ਦੀ ਖੇਡ ਆ। ਇਹ ਸਮਝਣੀ ਪਏਗੀ ਗੱਲ। ਹੁਣ ਸ਼ਬਦ ਦੀ ਸੇਵਾ ਦੇ ਲਈ ਮਨ ਦ੍ਰਿੜ ਹੁੰਦਾ ਹੈ ਇਕੱਠ ਵਿਚਾਰ ਸੁਣ ਕੇ, ਜਾਂ ਸਾਧੂ ਸ਼ਰਨ ਦੇ ਵਿੱਚ ਜਾ ਕੇ, ਜਾਂ ਜਿਹੜੇ ਸੰਤ ਜਨ ਰਲ ਮਿਲ ਕੇ ਅਭਿਆਸ ਕਰਦੇ ਨੇ ਸਤ ਸੰਗਤ ਦੇ ਵਿੱਚ ਜਾ ਕੇ। ਔਰ ਇਸੇ ਅਵਸਥਾ ਦੇ ਲਈ ਕਾਲ ਨੇ ਮਨ ਦੇ ਵਿੱਚ ਉਦਮ ਨਹੀਂ ਆਉਣ ਦੇਣਾ ਹੁੰਦਾ। ਸਾਨੂੰ ਇਕੱਠ ਵਿਚਾਰ ਤੋਂ ਵੀ ਰੋਕਣਾ ਹੈ, ਮੁੱਖ ਰੂਪ ਵਿੱਚ ਸਾਨੂੰ ਸੰਗਤ ਵਿੱਚ ਜਾਂ ਸਾਧੂਆਂ ਸੰਤਾਂ ਦੇ ਨਾਲ ਮਿਲਣ ਤੋਂ ਵੀ ਰੋਕਣਾ ਹੈ। ਔਰ ਜਦੋਂ ਅਸੀਂ ਸੰਗਤ ਵਿੱਚ ਸਾਧੂ ਸੰਤਾਂ ਦੇ ਨਾਲ ਮਿਲਾਪ ਕਰਨ ਵਿੱਚ ਰੁਕ ਜਾਂਦੇ ਹਾਂ, ਸ਼ਬਦ ਦੀ ਸੇਵਾ ਫਿਰ ਬੰਦ ਹੋ ਜਾਂਦੀ ਹੈ, ਕਿਉਂਕਿ ਫਿਰ ਸਾਡੇ ਮਨ ਨੂੰ, ਧਿਆਨ ਨੂੰ ਇਹ ਕਾਲ ਮੋੜ ਲੈਂਦਾ ਹੈ। ਇਹ ਅਜਮਾ ਕੇ ਦੇਖ ਲਓ, ਇਸ ਤਰ੍ਹਾਂ ਹੀ ਹੁੰਦਾ ਹੈ ਨਾ ਕਿ ਨਹੀਂ ਹੁੰਦਾ? ਕਾਲ ਨੂੰ ਕਿਉਂ ਡਰ ਹੈ ਕਿ ਇਹ ਨਾਮ ਦੀ ਸੇਵਾ ਨਾ ਕਰਨ? ਕੀ ਡਰ ਹੈ ਐਸਾ ਕਾਲ? ਚਾਰੇ ਪਦਾਰਥ ਨੇ ਆਪਣੇ ਕੋਲ, ਚਾਰ ਪਦਾਰਥ ਲੈ ਜਗ ਜਨਮਿਆ, ਸ਼ਿਵ ਸ਼ਕਤੀ ਘਰ ਵਾਸ ਧਰੇ। ਚਾਰੇ ਪਦਾਰਥ ਆਪਾਂ ਲੈ ਕੇ ਆਏ ਹਾਂ, ਤਿੰਨੇ ਪਦਾਰਥਾਂ ਦੇ ਵੱਲ ਸਾਡੇ ਮਨ ਨੂੰ ਇਹ ਮੋੜਦਾ ਰਹਿੰਦਾ ਹੈ, ਉਹ ਪਦਾਰਥ ਵਰਤਾਉਂਦਾ ਰਹਿੰਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ। ਪਰ ਜਿਹੜਾ ਨਾਮ ਦਾ ਪਦਾਰਥ ਹੈ, ਜੋ ਮੂਲ ਹੈ, ਨਾਮ ਜੜ ਹੈ, ਔਰ ਉਸ ਦੇ ਵਿੱਚੋਂ ਤ੍ਰੈ ਗੁਣਾਂ ਦੇ ਵਿੱਚ ਸਹੂਲਤਾਂ ਮਿਲਦੀਆਂ ਨੇ। ਉਸ ਜੜ ਦੇ ਵਿੱਚੋਂ ਉਹ ਫਲ ਮਿਲਦੇ ਨੇ ਤ੍ਰੈ ਗੁਣ ਚ ਆ ਕੇ। ਜੇ ਨਾਮ ਦੀ ਜੜ ਨੂੰ ਤੁਸੀਂ ਵਿਸਾਰ ਦਿਓਗੇ ਤਾਂ ਤ੍ਰੈ ਗੁਣ ਦੇ ਵਿੱਚ ਫਿਰ ਦੁੱਖ ਦਾ ਫਲ ਮਿਲੇਗਾ। ਜੇਕਰ ਨਾਮ ਨੂੰ ਛੱਡ ਕੇ ਤੁਸੀਂ ਤ੍ਰੈ ਗੁਣ ਦੇ ਵਿੱਚ ਖੇਡੋਗੇ, ਸੰਸਾਰ ਦੇ ਵਿੱਚ ਖੇਡੋਗੇ, ਦੁਨੀਆਦਾਰੀ ਦੇ ਵਿੱਚ ਖੇਡੋਗੇ। ਨਾਮ ਕਿਹੜੇ ਦੀ ਗੱਲ ਕਰਦਾ ਜੀ ਮੈਂ? ਅਨਾਹਦ ਨਾਮ ਦੀ, ਸਹਿਜ ਧੁਨ ਦੀ। ਬਹੁਤੇ ਜੀਵ ਤਾਂ ਇਹ ਜਿਹੜਾ ਇੱਕ ਆਮ ਪਹਿਲਾਂ ਸ਼ੁਰੂਆਤ ਵਿੱਚ ਸ਼ਬਦ ਚੱਲਦਾ ਹੈ, ਅੱਜ ਕੱਲ ਕਈ ਜੀਵ ਅਗਿਆਨਤਾ ਵਸ ਸਿਰਫ ਵਾਈ ਵਾਈ ਖੱਟਣ ਲਈ, ਆਪਦੇ ਵਿਊ ਜਾਂ ਲਾਈਕ ਲੈਣ ਲਈ ਇੱਕ ਗੁਰਮੁਖ ਨੇ ਬੀਂਡੇ ਦੀ ਆਵਾਜ਼ ਪਾਈ ਹੋਈ ਹੈ, ਚੱਲ ਉਹਦੇ 'ਚ ਬੀਂਡੇ ਦੀ ਆਵਾਜ਼ ਰਹੀ ਹੈ, ਪਰ ਇੱਕ ਆਪਦੇ ਵਿਊ ਲੈਣ ਲਈ ਉਹਦੇ ਉੱਪਰ ਲਿਖਿਆ ਦੇਖੋ ਜੀ ਸਹਿਜ ਧੁਨ ਦੀ ਆਵਾਜ਼ ਇਸ ਤਰ੍ਹਾਂ ਦੀ ਹੁੰਦੀ ਹੈ। ਹੁਣ ਗੁਰਮੁਖਾਂ ਨੇ ਵੇਖਿਆ ਉਸਨੂੰ, ਆਵਾਜ਼ ਸਾਰੀ ਬੀਂਡੇ ਦੀ। ਹੁਣ ਕਿੰਨਾ ਵੱਡਾ ਇੱਕ ਪਾਪ ਹੈ ਕਿ ਜੀਵ ਤਾਂ ਪਹਿਲੋਂ ਹਨੇਰੇ ਵਿੱਚ ਹੈ ਤੇ ਵੀ ਇੱਕ ਆਕਰਸ਼ਿਤ ਕਰਨ ਵਾਲੇ ਟਾਈਟਲ ਪਾਏ। ਔਰ ਕਾਫੀ ਉਹਨਾਂ ਦੀਆਂ ਕਥਾਵਾਂ, ਉਹ ਇੱਕ ਹੈ ਚੈਨਲ, ਪਤਾ ਨਹੀਂ ਕਿਹੜੇ ਗੁਰਮੁਖ ਦਾ, ਪਹਿਲੋਂ ਸਾਡੀਆਂ ਵੀ ਪਾਉਂਦਾ ਸੀ, ਪਰ ਉਹ ਇਸ ਤਰ੍ਹਾਂ ਆਕਰਸ਼ਿਤ ਜੇ ਕਰਨ ਵਾਲੇ ਟਾਈਟਲ, ਅਸੀਂ ਉਹਨੂੰ ਰੋਕਿਆ ਭਾਈ ਵੀ ਇਸ ਤਰ੍ਹਾਂ ਨਾ ਪਾ, ਜੀਵਾਂ ਦਾ ਨੁਕਸਾਨ ਹੁੰਦਾ। ਕੋਈ ਇਹ ਮਾਇਆ ਦਾ ਵਪਾਰ ਥੋੜੀ ਨਾ, ਇਹ ਤਾਂ ਬ੍ਰਹਮ ਦਾ ਭੇਤ ਹੈ। ਅਸੀਂ ਇਹਦੇ ਚੋਂ ਪੈਸੇ ਦਾ ਜਾਂ ਵਾਈ ਵਾਈ ਥੋੜੀ ਨਾ ਖੱਟਣੀ। ਹੁਣ ਉਹ ਆਪਣਾ ਚੈਨਲ ਵੀ ਨਹੀਂ ਹੈਗਾ ਵੈਸੇ ਤਾਂ YouTube ਤੇ, ਗੁਰਮੁਖ ਆਪਣੇ ਭਾਈ ਹਰਮਨਪ੍ਰੀਤ ਸਿੰਘ ਨੇ ਅੰਮ੍ਰਿਤਸਰ ਤੋਂ, ਦੇਸ਼ ਵਿਦੇਸ਼ ਵੀ ਜਾਂਦੇ ਰਹਿੰਦੇ ਆ, ਇੱਥੇ ਵੀ ਕੀਰਤਨ ਕਰਦੇ ਨੇ, ਗੁਰਸਿੱਖ ਨੇ, ਕਮਾਈ ਵੀ ਕਰਦੇ ਨੇ, ਪਰਿਵਾਰ ਸਾਰਾ ਇਸੇ ਮਾਰਗ ਤੇ ਉਹ ਪਾਉਂਦੇ ਨੇ। ਉਹਨਾਂ ਨੂੰ ਅਸੀਂ ਰੋਕਿਆ ਹੋਇਆ ਵੀ ਬਿਲਕੁਲ ਜੋ ਕਥਾ ਵਿਚਾਰ ਅਸੀਂ ਟਾਈਟਲ ਵਿੱਚ ਦਿੰਦੇ ਹਾਂ ਤੁਸੀਂ ਉਹੀ ਲਿਖਣਾ। ਕਿਤੇ ਪੈਸੇ ਦੀ ਭੁੱਖ ਪਿੱਛੇ ਤੁਸੀਂ ਇਹ ਕੰਮ ਕਰਨ ਲੱਗ ਗਏ ਫਿਰ ਲਾਭ ਨਹੀਂ ਹੋਣਾ। ਹੁਣ ਉਹਨੇ ਕੀ ਕੀਤਾ, ਬੀਂਡੇ ਦੀ ਆਵਾਜ਼ ਪਾ ਕੇ ਕਹਿੰਦਾ ਜੀ ਦੇਖੋ ਜੀ ਇਹ ਆਪ ਉਸ ਗੁਰਮੁਖ ਦਾ ਕੋਈ ਪ੍ਰੈਕਟੀਕਲ ਨਹੀਂ ਹੈਗਾ, ਦੇਖੋ ਜੀ ਇਸ ਤਰ੍ਹਾਂ ਦੀ ਆਵਾਜ਼। ਬਿਲਕੁਲ ਨਹੀਂ ਗੁਰਮੁਖ ਪਿਆਰਿਓ, ਇਹ ਨੈਟ ਨੁੱਟ ਤੇ ਜਿਹੜੀਆਂ ਗੱਲਾਂ ਹੁੰਦੀਆਂ ਨੇ, ਇੱਕ ਵਾਰੀ ਆਪਾਂ ਰਲ ਮਿਲ ਕੇ ਫੋਨ ਤੇ ਜਾਂ ਮਿਲ ਕੇ ਟੈਲੀ ਕਰ ਲੈਣੀਆਂ ਹੁੰਦੀਆਂ ਨੇ ਵੀ ਇਸ ਤਰ੍ਹਾਂ ਸਾਨੂੰ ਸੁਣਨ ਨੂੰ ਜਾਂ
ਲਿਖਣ ਪੜ੍ਹਨ ਨੂੰ ਵਿਖਿਆ ਸੁਣਿਆ ਕੁਛ। ਉਹ ਜਿਹੜਾ ਸਹਿਜ ਧੁਨ ਦਾ ਸ਼ਬਦ ਹੁੰਦਾ ਹੈ ਨਾ, ਇਹ ਬੜੀ ਸਹਿਜ ਦੇ ਵਿੱਚ ਜਾ ਕੇ ਚੱਲਦਾ ਹੈ। ਇਸ ਨੂੰ ਸੁਣਨ ਤੇ ਅੰਮ੍ਰਿਤ ਆਉਂਦਾ ਹੈ। ਜੇ ਤੁਹਾਨੂੰ ਸ਼ਬਦ ਸੁਣਨ ਦੇ ਨਾਲ ਅੰਮ੍ਰਿਤ ਨਹੀਂ ਆਉਂਦਾ ਤੇ ਉਹ ਸਹਿਜ ਧੁਨ ਨਹੀਂ ਹੈਗੀ। ਮਹਾਰਾਜ ਕਹਿੰਦੇ ਤੇਰਾ ਮੁਖ ਸੁਹਾਵਾਂ ਜੀਓ ਸਹਿਜ ਧੁਨ ਬਾਣੀ। ਜਿੱਥੇ ਤੇਰਾ ਮੁਖ ਹੈ ਨਾ ਸੁਹਾਵਾਂ, ਜਿੱਥੇ ਪ੍ਰਕਾਸ਼ ਨੂੰ ਦੇਖ ਕੇ ਆਨੰਦ ਆਉਂਦਾ। ਹੁਣ ਪਹਿਲੀ ਸਟੇਜ ਤੇ ਕਈ ਵਾਰੀ ਨੰਗੀਆਂ ਅੱਖਾਂ ਦੇ ਨਾਲ, ਖੁੱਲੀਆਂ ਅੱਖਾਂ ਦੇ ਨਾਲ ਬਹੁਤੇ ਜੀਵ ਕਹਿੰਦੇ ਨੇ ਕਿ ਸਾਨੂੰ ਸਾਹਮਣੇ ਝਲਕਾਰੇ ਪੈਂਦੇ ਨੇ, ਪਰ ਆਨੰਦ ਨਹੀਂ ਬਣਦਾ। ਇਹ ਪ੍ਰਕਾਸ਼ ਜਿਹੜਾ ਹੈ ਇਹ ਸਾਨੂੰ ਤ੍ਰੈ ਗੁਣ ਦੇ ਵਿੱਚੋਂ ਅਕਾਲ ਪੁਰਖ ਦੀ ਮੂਰਤ ਦਿਖਾਈ ਜਾਂਦੀ ਹੈ, ਵੀ ਇਸ ਤਰ੍ਹਾਂ ਦੀ ਮੂਰਤ ਹੈ। ਜਿਹੜਾ ਇੱਕ ਤਿੱਖਾ ਜਿਹਾ ਸ਼ਬਦ ਚੱਲਦਾ ਪਹਿਲੀ ਸਟੇਜ ਤੇ, ਇਹ ਸਾਨੂੰ ਪਹਿਲੋਂ ਇੱਕ ਪਹਿਚਾਣ ਕਰਵਾਈ ਜਾਂਦੀ ਹੈ ਵੀ ਇਸੇ ਤਰੀਕੇ ਦੀ ਅਨਾਹਦ ਬਾਣੀ ਤੁਹਾਨੂੰ ਸਹਿਜ ਵਿੱਚ ਜਾ ਕੇ ਸਰਵਣ ਹੋਏਗੀ। ਕਿਉਂਕਿ ਜੀਵ ਨੇ ਅੰਤਰਗਤ ਬੈਠ ਕੇ ਪ੍ਰੈਕਟੀਕਲ ਕਰਨਾ ਹੈ। ਉਹ ਸੰਤਾਂ ਸਾਧੂਆਂ ਪਾਸ ਜਾ ਕੇ ਕਹਿੰਦਾ ਹੈ ਕਿ ਉਹ ਸੱਚੇ ਪਾਤਸ਼ਾਹ ਦੀ ਮੂਰਤ ਕਿਵੇਂ ਦੀ ਹੈ ਜਿਸ ਦੀ ਮੈਂ ਭਗਤੀ ਕਰਨੀ ਹੈ, ਮੈਨੂੰ ਦੱਸੋ ਤਾਂ ਸਹੀ। ਗੁਰ ਕੀ ਮੂਰਤ ਮਨ ਮੈਂ ਧਿਆਨ। ਪਰ ਉਹ ਹਰ ਇੱਕ ਨੂੰ ਨਹੀਂ ਗੁਰਮੁਖ ਇਸ ਤਰ੍ਹਾਂ ਦਾ ਭੇਤ ਦਿੰਦੇ। ਕਾਫੀ ਜੀਵ ਹੁਣ ਸਾਨੂੰ ਸੰਗਤ ਵਿੱਚ ਜਾਂ ਮਿਲਣ ਤੇ ਸਿਰਫ ਜਿਵੇਂ ਆਪਾਂ ਦੇਖਦੇ ਹਾਂ ਨਾ, ਤਰਕਸ਼ੀਲ ਜੇ ਗੁਰਮੁਖ ਹੁੰਦੇ ਆ, ਵੀ ਜਿਵੇਂ ਤਰਕ ਹੀ ਕਰਨਾ ਹੈ, ਜਾਂ ਉਹਨਾਂ ਦੇ ਮਨ ਦੇ ਵਿੱਚ ਦ੍ਰਿੜਤਾ ਨਹੀਂ ਹੁੰਦੀ, ਐਸੇ ਜੀਵਾਂ ਨੂੰ ਨਹੀਂ ਸਾਰਾ ਭੇਤ ਦਿੱਤਾ ਜਾਂਦਾ। ਪਰ ਜਿਹੜੇ ਕੁਝ ਵਿਰਾਗੀ ਗੁਰਮੁਖ ਹੁੰਦੇ ਆ, ਚੱਲਦੇ ਆ ਲੰਮਾ, ਉਹਨਾਂ ਨੂੰ ਫਿਰ ਗੁਰੂ ਦੀ ਮੂਰਤ ਦੀ ਧਿਆਨ ਦੀ ਪਛਾਣ ਕਰਾ ਦਿੱਤੀ ਜਾਂਦੀ ਹੈ। ਤੇ ਜਦੋਂ ਉਹਨਾਂ ਉੱਤੇ ਅੰਤਰਗਤ ਨਾਮ ਦੀ ਧੁਨ ਚੱਲਦੀ ਹੈ, ਜਿਹੜੀ ਪਹਿਲੀ ਸਟੇਜ ਤੇ ਤਿੱਖਾ ਸ਼ਬਦ ਚੱਲਦਾ ਇੱਕ, ਜਿਹੜਾ ਸੁਖਮਨ ਦੇ ਵਿੱਚ ਪਾਉਣ ਦਾ ਸ਼ਬਦ ਹੈ, ਉਸ ਦੀ ਪਹਿਚਾਣ ਕਰਵਾ ਦਿੱਤੀ ਜਾਂਦੀ ਸਤਿਗੁਰ ਪਾਸੋਂ। ਫਿਰ ਜਦੋਂ ਉਹ ਗੁਰਮੁਖ ਇਸ ਸ਼ਬਦ ਧੁਨ ਨੂੰ ਸੁਣਦੇ ਸੁਣਦੇ ਨਾਲ ਗੁਰਮੰਤਰ ਦਾ ਅਭਿਆਸ ਕਰਦੇ ਹੈ, ਔਰ ਜਿਹੜੀ ਮੂਰਤ ਦੀ ਪਹਿਚਾਣ ਸਾਧੂ ਕਰਾਉਂਦੇ ਨੇ, ਇਹਨੂੰ ਦੇਖਦੇ ਦੇਖਦੇ ਪ੍ਰੈਕਟੀਕਲ ਕਰਦੇ ਹੈ, ਤਾਂ ਫਿਰ ਇਸੇ ਤਰੀਕੇ ਜਿਵੇਂ ਸਾਨੂੰ ਦੁਨਿਆਵੀ ਤੌਰ ਤੇ ਸਰੀਰ ਵਿੱਚ ਧੁਨ ਚੱਲਦੀ ਸੁਣਦੀ ਹੈ, ਸਾਹਮਣੇ ਸਾਨੂੰ ਇਹ ਸੱਚ ਦੀ ਪਹਿਚਾਣ ਹੁੰਦੀ ਹੈ, ਮਨ ਜਦੋਂ ਸਾਡਾ ਪੌਣ 9 ਦਰਵਾਜ਼ਿਆਂ ਤੋਂ ਵੱਖ ਹੋ ਕੇ ਅਗੰਮ ਵਿੱਚ ਸਮਾਧੀ ਲਾਉਂਦਾ ਹੈ, ਉੱਥੇ ਧੁਨ ਚੱਲ ਰਹੀ ਹੈ ਅਗੰਮ ਦੇ ਵਿੱਚ, ਜਿਹਨੂੰ ਕਹਿੰਦੇ ਨੇ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ। ਉਸ ਨਾਦ ਨੂੰ ਸੁਣ ਕੇ ਕੀ ਨਿਸ਼ਾਨੀ ਹੈ? ਉਹ ਜਿਹੜੇ ਅਗੰਮ ਵਿੱਚ ਜਾ ਕੇ ਬੱਚਾ ਨਾਦ ਸੁਣਦਾ ਹੈ, ਮਨ ਬੱਚਾ, ਉੱਥੇ ਅੰਮ੍ਰਿਤ ਆਉਂਦਾ। ਜਿਵੇਂ ਇਹ ਜੋਤ ਦੀ ਆਪਾਂ ਪਹਿਲੀ, ਹੁਣ ਬਹੁਤੇ ਜੀਵ ਤਾਂ ਐਸੇ ਨੇ ਜਿਨ੍ਹਾਂ ਨੂੰ ਹਜੇ ਜੋਤ ਦੀ ਪਹਿਚਾਣ ਹੀ ਨਹੀਂ ਹੈਗੀ। ਇਸ ਕਰਕੇ ਪਹਿਲੋਂ ਤਾਂ ਆਪਾਂ ਸਿਮਰਨ ਕਰਦੇ ਹਾਂ, ਸਿਮਰਨ ਕਰਕੇ ਜਿਹੜਾ ਅਸੀਂ ਅੱਗੇ ਯਤਨ ਕਰਦੇ ਹਾਂ, ਅਸੀਂ ਪ੍ਰੈਕਟੀਕਲ ਕਰਦੇ ਹਾਂ, ਅਸੀਂ ਪ੍ਰੈਕਟੀਕਲ ਕਰਕੇ ਉਹਦੀ ਪਹਿਚਾਣ ਕਰਦੇ ਹਾਂ। ਜਦੋਂ ਪ੍ਰੈਕਟੀਕਲ ਹੋ ਗਿਆ, ਉਸ ਤੋਂ ਬਾਅਦ ਫਿਰ ਸਾਡਾ ਅਗਲਾ ਸਟੈਪ ਸ਼ੁਰੂ ਹੁੰਦਾ ਹੈ ਅੰਤਰਗਤ ਸਮਾਧੀ ਦਾ। ਪਹਿਲੋਂ ਤਾਂ ਹਜੇ ਸਾਨੂੰ ਪਹਿਚਾਣ ਹੀ ਨਹੀਂ ਹੈਗੀ ਵੀ ਕਿਹੜੀ ਬਾਹਰ ਮੂਰਤ ਹੈ, ਕਿਹੜੀ ਕਿਵੇਂ ਅੰਦਰ ਹੈ। ਅੰਦਰ ਤੁਸੀਂ ਸਮਾਧੀ ਕਿਵੇਂ ਲਾ ਲੋਗੇ, ਪਹਿਲੋਂ ਪਹਿਚਾਣ ਤਾਂ ਤੁਸੀਂ ਕੀਤੀ ਨਹੀਂ। ਮਹਾਰਾਜ ਜੀ ਕਹਿੰਦੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ। ਇਹ ਬਾਹਰ ਦਰ ਦੇ ਉੱਤੇ ਪਹਿਲੋਂ ਤਾਂ ਪਹਿਚਾਣ ਕਰਾਉਣੀ ਹੈ, ਫਿਰ ਗੁਰੂ ਨੇ ਸ਼ਬਦ ਸੁਣਾਉਣਾ ਹੈ। ਉਹ ਪਹਿਲੋਂ ਸਾਨੂੰ ਕਿਵੇਂ ਸੁਣਾਉਂਦੇ ਨੇ? ਪਹਿਲੋਂ ਸਾਨੂੰ ਤ੍ਰੈ ਗੁਣ ਦੇ ਵਿੱਚ ਹੀ ਸ਼ਬਦ ਸੁਣਾਇਆ ਜਾਂਦਾ ਹੈ। ਹੁਣ ਕਾਫੀ ਜੀਵਾਂ ਦੇ ਤਾਂ ਵੈਸੇ ਵੀ ਸ਼ਬਦ ਚੱਲ ਪੈਂਦਾ ਹੈ, ਇੱਕ ਥੋੜੀ ਜਿਹੀ ਮਾਲਕ ਕਿਰਪਾ ਕਰ ਦੇਣ, ਕਈਆਂ ਦੀ ਪਿਛੋਕੜ ਦੀ ਪੂੰਜੀ ਹੁੰਦੀ, ਪਰ ਉਹ ਕਹਿੰਦੇ ਨੇ ਜੀ ਸਾਨੂੰ ਸ਼ਬਦ ਚੱਲਦੇ ਹੈ ਪਰ ਸਾਨੂੰ ਆਨੰਦ ਨਹੀਂ ਬਣਦਾ, ਸਾਨੂੰ ਝਲਕਾਰੇ ਵੀ ਪੈਂਦੇ ਹੈ ਪਰ ਹਜੇ ਮਨ ਦੇ ਫੁਰਨੇ ਨਹੀਂ ਹਟਦੇ। ਕਿ ਇਹ ਫਿਰ ਕਿਵੇਂ ਦੀ ਵਾਹਿਗੁਰੂ ਜੀ ਜੋਤ ਹੋਈ? ਵੀ ਤੁਸੀਂ ਤਾਂ ਕਹਿੰਦੇ ਹੋ ਇਹੀ ਸਾਰਾ ਕੁਛ ਹੈ, ਪਰ ਸਾਡੇ ਤਾਂ ਮਨ ਦੇ ਵਿੱਚ ਸਾਨੂੰ ਪਤਾ ਹੈ ਵੀ ਹਜੇ ਈਰਖਾ ਨਿੰਦਿਆ ਦਵੈਸ਼ ਬਹੁਤ ਹੈ। ਅਸੀਂ ਕਿਵੇਂ ਇੱਕ ਝੂਠਾ ਧਰਵਾਸਾ ਲੈ ਲਈਏ? ਬਿਲਕੁਲ ਇਮਾਨਦਾਰ ਗੁਰਮੁਖ ਨੇ, ਉਹ ਬਿਲਕੁਲ ਸੱਚੀ ਗੱਲ ਕਹਿੰਦੇ ਆ। ਫਿਰ ਉਹਨਾਂ ਨੂੰ ਦੱਸੀਦਾ ਗੁਰਮੁਖ ਪਿਆਰਿਓ, ਤੁਸੀਂ ਤ੍ਰੈਗੁਣੀ ਭਵਜਲ ਦੇ ਵਿੱਚੋਂ ਹੁਣ ਨਿਕਲਣਾ ਹੈ। ਕਿਸ ਦਾ ਸਹਾਰਾ ਲੈ ਕੇ ਨਿਕਲੋਗੇ? ਜੇ ਹੁਣ ਤੁਸੀਂ ਤ੍ਰੈਗੁਣੀ ਭਵ ਸਾਗਰ ਦੇ ਵਿੱਚੋਂ ਨਿਕਲਣਾ ਹੈ, ਕਿਸ ਦਾ ਸਹਾਰਾ ਲੈ ਕੇ ਨਿਕਲੋਗੇ? ਉਹ ਕਹਿੰਦੇ ਹਾਂਜੀ ਬਿਲਕੁਲ ਗੱਲ ਠੀਕ ਹੈ। ਇਸ ਕਰਕੇ ਗੁਰਮੁਖਾਂ ਨੂੰ ਸੱਚੇ ਪਾਤਸ਼ਾਹ ਪਹਿਲੀ ਸਟੇਜ ਦੇ ਵਿੱਚ ਉਸ ਸ਼ਬਦ ਦੀ ਪਹਿਚਾਣ ਤੇ ਉਸ ਜੋਤ ਦੀ ਪਹਿਚਾਣ ਕਰਵਾ ਦਿੰਦੇ ਨੇ ਵੀ ਹੁਣ ਇਹਨਾਂ ਨੇ ਨਿਕਲਣਾ ਤਾਂ ਹੈ, ਤੇ ਇਹ ਸ਼ਬਦਾਂ ਦੀ ਆਵਾਜ਼ ਨੂੰ ਸੁਣ ਕੇ ਹੌਲੀ ਹੌਲੀ
ਇਹ ਅਗੰਮ ਵੱਲ ਨੂੰ ਤੁਰ ਪੈਣਗੇ। ਕਹਿੰਦੇ ਜਿਉਂ ਅੰਧਲੇ ਹੱਥ ਟੋਹਣੀ ਹਰ ਨਾਮ ਹਮਾਰਾ, ਰਾਮ ਨਾਮ ਹਰ ਟੇਕ ਹੈ ਨਿਸ ਦੌਤ ਸਵਾਰੈ। ਕਹਿੰਦੇ ਜਿਵੇਂ ਅੰਧੇ ਨੂੰ ਤੁਰਨ ਦੇ ਲਈ ਇੱਕ ਟੋਹਣੀ ਦਿੱਤੀ ਜਾਂਦੀ, ਇੱਕ ਲੱਕੜੀ ਹੁੰਦੀ ਆ ਉਹਦੇ ਕੋਲ, ਜਿਉਂ ਅੰਧਲੇ ਹੱਥ ਟੋਹਣੀ, ਇਸੇ ਤਰੀਕੇ ਕਹਿੰਦੇ ਫਿਰ ਸਾਨੂੰ ਧੁਨ ਸੁਣਾਈ। ਪਹਿਲੋਂ ਤਾਂ ਹੁਣ ਜਿਸ ਜੀਵ ਦੇ ਕੁਛ ਵੀ ਨਹੀਂ ਚੱਲਦਾ, ਕੁਛ ਵੀ ਨਹੀਂ ਸੁਣਦਾ, ਉਹ ਕਿਵੇਂ ਨਿਕਲੇਗਾ? ਤਾਂ ਮਹਾਰਾਜ ਕਹਿੰਦੇ ਜਿਉਂ ਅੰਧਲੇ ਹੱਥ ਟੋਹਣੀ ਹਰ ਨਾਮ ਹਮਾਰਾ, ਇਸ ਤਰੀਕੇ ਇੱਕ ਧੁਨ ਸੁਣਾਈ। ਪਰ ਇਹ ਕੀ ਹੈ, ਆਪਾਂ ਕਹਿੰਦੇ ਆ ਨਾ ਪਹਿਲੀ ਸਟੇਜ ਤੇ ਵੀ ਇਸ ਧੁਨ ਨੂੰ ਵੀ ਸੁਣਨਾ ਹੈ, ਨਾਲ ਗੁਰਮੰਤਰ ਦਾ ਅਭਿਆਸ ਵੀ ਕਰਨਾ, ਤਾਂ ਕਿ ਇਸ ਧੁਨ ਦੀ ਇਕਾਗਰਤਾ ਦੇ ਨਾਲ, ਗੁਰਮੰਤਰ ਦੇ ਅਭਿਆਸ ਦੇ ਨਾਲ ਹੌਲੀ ਹੌਲੀ ਜੀਵ ਦਾ ਮਨ ਜਦੋਂ ਸਹਿਜ ਦੇ ਵਿੱਚ ਵਿਚਾਰਾਂ ਤੋਂ ਉੱਪਰ ਉੱਠ ਕੇ ਆਸਣ ਲਾਏਗਾ, ਫਿਰ ਹੌਲੀ 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 ਅੰਦਰੋਂ ਜਿਵੇਂ ਸਟੇਜ ਬਣਦੀ ਜਾਏਗੀ, ਉਸ ਸਹਿਜ ਦੀ ਅਵਸਥਾ ਦੇ ਵਿੱਚ ਚੱਲ ਰਹੀ ਧੁਨ ਨੂੰ ਜੀਵ ਫੜ ਲਏਗਾ। ਤੇਰਾ ਮੁਖ ਸੁਹਾਵਾਂ ਜੀਓ ਸਹਿਜ ਧੁਨ ਬਾਣੀ। ਉੱਥੇ ਅਨਾਹਦ ਬਾਣੀ ਹੈ, ਮਾਲਕ ਦਾ ਪ੍ਰਕਾਸ਼ ਹੈ, ਉਹਦੇ ਵਿੱਚ ਉਹ ਸਹਿਜ ਦੇ ਵਿੱਚ ਜਾ ਕੇ ਧੁਨ ਚੱਲਦੀ ਹੈ। ਉਹ ਵਿਰਲੇ ਵਿਰਲੇ ਗੁਰਮੁਖਾਂ ਦੇ ਅੰਦਰ ਨਾਮ ਪ੍ਰਗਟ ਹੁੰਦਾ ਹੈ। ਹੁਣ ਕਾਲ ਨੇ ਇਸੇ ਹੀ ਸ਼ਬਦ ਤੇ ਸਾਨੂੰ ਭੁਲੇਖੇ ਪਾਉਣੇ ਨੇ। ਇਹ ਜਿਹੜੀਆਂ ਪਹਿਲੋਂ ਆਵਾਜ਼ਾਂ ਸ਼ੁਰੂ ਹੋ ਜਾਂਦੀਆਂ ਨੇ, ਕੋਈ ਬੀਂਡੇ ਦੀ, ਕੋਈ ਘੁੰਗਰੂ ਦੀ, ਕੋਈ ਦੋ ਚਾਰ ਆਵਾਜ਼ਾਂ ਹੋ ਜਾਂਦੀਆਂ ਨੇ, ਟਿੱਡੀਆਂ ਵਰਗੀ ਆਵਾਜ਼ ਹੋ ਜਾਂਦੀ ਹੈ, ਇਹ ਹੈ ਸਾਰੀ ਸਤਿਗੁਰ ਦੀ ਬਾਣੀ ਹੈ। ਪਰ ਇਹ ਪਹਿਲੀ ਸਟੇਜ ਤੇ ਭਵਜਲ ਦੇ ਵਿੱਚੋਂ ਕੱਢਣ ਦੇ ਲਈ ਇੱਕ ਜੰਝ ਆਉਂਦੀ ਹੈ, ਸਤਿਗੁਰ ਦੀ ਸੂਖਮ ਜੰਝ ਹੈ। ਸੰਤਾਂ ਦੀ ਜੰਝ ਦ੍ਰਿਸ਼ਟਮਾਨ ਵਿੱਚ ਆਉਂਦੀ ਹੈ, ਸੰਤ ਸਾਨੂੰ ਕੱਢਦੇ ਨੇ। ਇਸ ਤਰ੍ਹਾਂ ਸੂਖਮ ਦੇ ਵਿੱਚ ਇਹ ਪੰਜਾਂ ਧੁਨਾਂ ਦੀ ਜੰਝ ਆਉਂਦੀ ਹੈ, ਨਾਮ ਦੀ ਧੁਨ ਆਉਂਦੀ। ਹੌਲੀ ਹੌਲੀ ਜਿਵੇਂ ਜੀਵ ਅਸੀਂ ਗੁਰਮੰਤਰ ਦਾ ਅਭਿਆਸ ਕਰੀ ਜਾਂਦੇ ਹਾਂ, ਤੇ ਹੁਣ ਅਸੀਂ ਅੰਦਰ ਆਸਣ ਲਾਣਾ ਹੈ। ਆਸਣ ਲਾ ਕੇ ਅਸੀਂ ਸਤਿਗੁਰ ਦੇ ਨਾਲ ਸਾਡੀ ਸੁਰਤੀ ਨੇ ਮਿਲਾਪ ਕਰਨਾ ਹੈ, ਤੇ ਉੱਥੇ ਸਾਨੂੰ ਆਨੰਦ ਆਉਣਾ ਹੈ। ਉਸ ਜੋਤ ਨੂੰ ਦੇਖੀ ਜਾਵਾਂਗੇ, ਆਨੰਦ ਆਈ ਜਾਏਗਾ, ਆਨੰਦ ਆਈ ਜਾਏਗਾ, ਉਹਦੇ ਵਿੱਚ ਸਮਾਵਾਂਗੇ। ਪਰ ਉਸ ਤੋਂ ਪਹਿਲੋਂ ਸਾਨੂੰ ਬਾਹਰ ਦ੍ਰਿਸ਼ਟਮਾਨ ਦੇ ਵਿੱਚ ਇਹ ਜੋਤ ਦੀ ਪਹਿਚਾਣ ਕਰਵਾਈ ਜਾਂਦੀ ਹੈ, ਤਾਂ ਕਿ ਜਿਹੜੇ ਗੁਰਮੁਖ ਨੇ ਉਹ ਬਾਹਰ ਦੇਖ ਦੇਖ ਕੇ ਪਹਿਲੋਂ ਤੋਂ ਹੀ ਪਿਆਰ ਪਾ ਕੇ ਇਹਨੂੰ ਮਨ ਵਿੱਚ ਵਸਾ ਲੈਣ, ਤਾਂ ਕਿ ਜਦੋਂ ਅੰਤਰਗਤ ਸਹਿਜ ਵਿੱਚ ਧਿਆਨ ਲੱਗੇ ਤੇ ਸਹਿਜ ਹੀ ਇਹਨਾਂ ਨੂੰ ਪ੍ਰਕਾਸ਼ ਹੋ ਜਾਵੇ। ਸਹਿਜ ਹੀ, ਕਿਉਂਕਿ ਸੁੰਨ ਇੰਨੀ ਵੱਡੀ ਆ, ਇਹ ਕਾਲਾ ਹਨੇਰਾ ਹੈ, ਇਹਦੇ ਵਿੱਚ ਹੁਣ ਸੱਚ ਨੂੰ ਅਸੀਂ ਲੱਭਾਂਗੇ ਕਿਵੇਂ? ਜੇ ਅਸੀਂ ਬਾਹਰੋਂ ਆ ਸਾਹਮਣੇ ਆਕਾਰਾਂ ਦੇ ਦੇਸ਼ ਵਿੱਚ, ਕੁਦਰਤ ਵਿੱਚ, ਆ ਖਾਲੀ ਖਲਾ ਦੇ ਵਿੱਚ ਸੱਚ ਨੂੰ ਲੱਭਿਆ ਹੋਏਗਾ, ਤਾਂ ਅਸੀਂ ਅੰਤਰਗਤ ਬੈਠ ਕੇ ਵੀ ਲੱਭ ਲਵਾਂਗੇ। ਅੰਤਰਗਤ ਬੈਠ ਕੇ ਜਦੋਂ ਉਹਨਾਂ ਦੇ ਸਰੂਪ ਨੂੰ ਖੋਜ ਲਿਆ ਮਨ ਦੁਆਰਾ, ਸੁਰਤੀ ਦੁਆਰਾ, ਉਹਦੇ ਉੱਤੇ ਧਿਆਨ ਧਰ ਕੇ ਨਾਮ ਧੁਨ ਨੂੰ ਸੁਣਾਂਗੇ, ਸਹਿਜ ਹੀ ਅਸੀਂ ਆਪਦੇ ਘਰ ਦੇ ਵਿੱਚ, ਮਹਿਲ ਦੇ ਵਿੱਚ ਪ੍ਰਵੇਸ਼ ਹੋ ਜਾਵਾਂਗੇ। ਇਸ ਕਰਕੇ ਅਸੀਂ ਕਿਸੇ ਦੇ ਭੁਲੇਖੇ ਦੇ ਵਿੱਚ ਨਹੀਂ ਪੈਣਾ, ਕਿਉਂਕਿ ਕਾਲ ਨੇ ਸਾਨੂੰ ਰੋਕਣਾ ਹੈ। ਜਦੋਂ ਅਸੀਂ ਨਾਮ ਸੁਣਨ ਲੱਗ ਗਏ, ਨਾਮ ਸੁਣਨ ਦੇ ਨਾਲ ਸਾਡੇ ਮਨ ਦੇ ਵਿੱਚ ਬਦਲਾਵ ਆਉਣਾ ਸ਼ੁਰੂ ਹੋ ਜਾਂਦਾ ਹੈ। ਆਪਣੇ ਆਪ ਹੀ ਅੰਮ੍ਰਿਤ ਗੁਣ, ਸਹਿਜ, ਨੇਤਰਾਂ ਦੇ ਵਿੱਚ ਸ਼ਿੰਗਾਰ, ਨੇਤਰਾਂ ਵਿੱਚ ਚਮਕ, ਬਿਲਕੁਲ ਸੱਚ ਦੀ ਤੇ ਨਾਮ ਦੀ ਸੇਵਾ ਕਰ ਕਰਕੇ ਜਿਹੜੇ ਗੁਰਮੁਖ ਦਿਨ ਰਾਤ ਕਰਦੇ ਨੇ, ਇਸ ਤਰ੍ਹਾਂ ਉਹਨਾਂ ਦੇ ਨੇਤਰ ਹੋ ਜਾਂਦੇ ਨੇ ਜਿਵੇਂ ਇੱਕ ਹਿਰਨ ਦੇ ਨੇਤਰ ਹੁੰਦੇ ਨੇ, ਬੜੇ ਸੋਹਣੇ। ਉਹਨਾਂ ਵਿੱਚ ਲਿਸ਼ਕ ਆ ਜਾਂਦੀ ਹੈ, ਉਹਨਾਂ ਵਿੱਚ ਲਾਲੀ ਆ ਜਾਂਦੀ, ਜਿਹੜੇ ਗੁਰਮੁਖ ਸੇਵਾ ਕਰਦੇ। ਔਰ ਜਿਹੜੇ ਗੁਰਮੁਖ ਧੱਕਾ ਕਰਦੇ ਆ, ਸ਼ਬਦ ਤੋਂ ਉਲਟ ਹੋ ਕੇ, ਸੰਗਤ ਤੋਂ ਬਿਨਾਂ ਹੋ ਕੇ, ਆਪ ਮੁਹਾਰੇ ਸੱਚ ਦੀ ਸੇਵਾ ਕਰਨੀ ਚਾਹੁੰਦੇ ਨੇ, ਸੁਣੋ ਲੈਂਦੇ ਆ ਪਰ ਆਪ ਮੁਹਾਰਾ ਚੱਲਦੇ ਨੇ, ਉਹਨਾਂ ਦੀ ਕੀ ਹੁੰਦਾ ਹੈ, ਉਹਨਾਂ ਦੀ ਕਰੂਰ ਦ੍ਰਿਸ਼ਟੀ ਬਣ ਜਾਂਦੀ ਹੈ। ਜਦੋਂ ਅਸੀਂ ਆਪ ਮੁਹਾਰੇ ਹੋ ਕੇ ਚੱਲਾਂਗੇ, ਬਿਨਾਂ ਇੱਕ ਦੂਜੇ ਗੁਰਮੁਖਾਂ, ਗੁਰਸਿੱਖਾਂ ਦੇ ਨਾਲ ਸਲਾਹ ਕਰਕੇ ਪ੍ਰੈਕਟੀਕਲ ਕਰਾਂਗੇ, ਇੱਕ ਹੁੰਦੀ ਹੈ ਅੰਮ੍ਰਿਤ ਦ੍ਰਿਸ਼ਟੀ, ਇੱਕ ਹੁੰਦੀ ਹੈ ਕਰੂਰ ਦ੍ਰਿਸ਼ਟੀ। ਅੰਮ੍ਰਿਤ ਦ੍ਰਿਸ਼ਟੀ ਤਾਂ ਸ਼ਬਦ ਦੁਆਰਾ, ਨਾਮ ਦੁਆਰਾ, ਸਾਧੂਆਂ ਦੇ ਸੰਗ ਦੁਆਰਾ ਹੌਲੀ ਹੌਲੀ ਆਪਾਂ ਰੁਮਕ ਕੇ ਅੱਗੇ ਚੱਲਦੇ ਜਾਂਦੇ ਹਾਂ, ਉਹ ਬਣ ਜਾਂਦੀ ਹੈ। ਹੁਣ ਜਿਹੜੇ ਜੀਵ ਆਪ ਮੁਹਾਰਾ ਇਸ ਤਰ੍ਹਾਂ ਕੋਈ ਧਿਆਨ ਲਾਉਣ ਲੱਗ ਜਾਂਦੇ ਆ, ਜੁਗਤ ਲਾਉਣ ਲੱਗ ਜਾਂਦੇ ਆ, ਨਹੀਂ ਪੁੱਛਦੇ, ਨਹੀਂ ਸੰਗਤ ਰੂਪੀ ਗੁਰੂ ਦੇ ਨਾਲ ਰਲ ਕੇ ਚੱਲਦੇ, ਉਹਨਾਂ ਦੀ ਕਰੂਰ ਦ੍ਰਿਸ਼ਟੀ ਬਣ ਜਾਂਦੀ, ਉਹਨਾਂ ਦੀਆਂ ਅੱਖਾਂ ਤੇ ਖਿੱਚ। ਔਰ ਜਿਹੜਾ ਲੰਬਾ ਸਮਾਂ ਇਸ ਤਰ੍ਹਾਂ ਕਰਦੇ ਆ, ਉਹਨਾਂ ਦੇ ਤਾਂ ਫੇਸ ਨੂੰ ਵੇਖ ਕੇ ਡਰ ਆਉਣ ਲੱਗ ਜਾਂਦਾ। ਕਿਉਂ? ਉਹ ਪੰਜਾਂ ਦੁਆਰਾ ਸੇਵਾ ਕਰ ਰਹੇ ਨੇ, ਕਾਲ ਵੀ ਮਾਲਕ ਦੇ ਦਰ ਤੇ ਖੜਾ ਹੈ, ਪਰ ਉਹਦੇ ਕੋਲ ਨਾਮ ਦਾ ਖਜ਼ਾਨਾ ਨਹੀਂ। ਇਸੇ ਤਰੀਕੇ ਆਤਮਾ ਮਾਲਕ ਦੇ ਵਿੱਚ ਸਮਾਈਏ, ਆਤਮਾ ਦੇ ਰਾਹੀਂ ਅਸੀਂ ਗੁਰੂ ਦੇ ਰਾਹੀਂ, ਸਤਿਗੁਰ ਦੇ ਰਾਹੀਂ ਮਾਲਕ ਨੂੰ ਦੇਖਣਾ ਹੈ। ਹੁਣ ਜਿਨ੍ਹਾਂ ਦੀ ਕਰੂਰ ਦ੍ਰਿਸ਼ਟੀ ਬਣ ਜਾਂਦੀ ਹੈ, ਮਹਾਰਾਜ ਐਸੇ ਜੀਵੇ ਲਈ ਕਹਿੰਦੇ ਨੇ, ਹੰਸਾਂ ਵੇਖ ਤਰੰਦਿਆਂ ਬੱਗਾਂ ਵੀ ਆਇਆ ਚਾਓ। ਜਿਵੇਂ ਗੁਰਮੁਖ ਹੰਸ ਇਹਨਾਂ ਵਿਚਾਰਾਂ ਕਰਦੇ ਨੇ, ਇਸ ਤਰ੍ਹਾਂ ਗੁਰਮਤਿ ਦੇ ਉੱਪਰ ਗਿਆਨ ਕਰਦੇ ਨੇ,
ਅੱਜ ਜਿਵੇਂ ਅਸੀਂ ਤੁਹਾਨੂੰ ਦੱਸਿਆ ਨਾ, ਨੈੱਟ ਦੇ ਉੱਤੇ ਬਥੇਰੇ ਗੁਰਮੁਖ ਨੇ, ਉਹ ਇਸ ਤਰ੍ਹਾਂ ਗੱਲਾਂ ਸੁਣ ਕੇ ਨਾ ਆਪ ਪ੍ਰੈਕਟੀਕਲ ਨਹੀਂ ਕਰਦੇ। ਉਹ ਸੋਚਦੇ ਨੇ ਵੀ ਇਹ ਨਵੀਆਂ ਨਵੀਆਂ ਗੱਲਾਂ ਨੇ, ਨਵੀਆਂ ਨਵੀਆਂ ਸਾਖੀਆਂ ਨੇ, ਕਿਉਂ ਨਾ ਇਹਨਾਂ ਦੇ ਸਿਰਲੇਖ ਐਸੇ ਬਣਾ ਕੇ, ਤੇ ਵੀ ਹਜੇ ਬਹੁਤੇ ਗੁਰਮੁਖਾਂ ਨੂੰ ਇਹ ਗੱਲ ਪਤਾ ਨਹੀਂ, ਤੇ ਆਪਾਂ ਵਿਊ ਤੇ ਪੈਸਾ ਕਮਾਈਏ। ਤੇ ਮਹਾਰਾਜ ਜੀ ਕਹਿੰਦੇ ਨੇ, ਤ੍ਰਿਗ ਤਿਨਾ ਕਾ ਜੀਵਿਆ ਜੇ ਲਿਖ ਲਿਖ ਵਿੱਚ ਹੈ ਨਾਉ। ਤ੍ਰਿਗ ਹੈ ਐਸਾ ਜੀਵਨ ਜਿਹੜੇ ਨਾਮ ਨੂੰ ਪੈਸਿਆਂ ਦੇ ਲਈ ਵਰਤਦੇ ਆ। ਤ੍ਰਿਗ ਤਿਨਾ ਕਾ ਜੀਵਿਆ ਜੇ ਲਿਖ ਲਿਖ ਵਿੱਚ ਹੈ ਨਾਉ, ਖੇਤੀ ਜਿਨ ਕੀ ਉਜੜੀ ਖਲਵਾੜੇ ਕਿਆ ਖਾਓ, ਸੱਚੇ ਸਰਮੇ ਬਾਹਰੈ ਅੱਗੇ ਲਹੈ ਨਾ ਦਾਦ, ਅਕਲ ਇਹ ਨਾ ਆਖੀਐ ਅਕਲ ਗਵਾਈਐ ਬਾਦ। ਤ੍ਰਿਗ ਹੈ ਐਸਾ ਜੀਵਨ ਜੋ ਪੈਸੇ ਦੀ ਦੁਨਿਆਵੀ ਮਾਇਆ ਦੇ ਖਾਤਰ ਨਾਮ ਦਾ ਵਪਾਰ ਕੀਤਾ ਜਾਂਦਾ ਹੈ, ਨਾਮ ਦੀਆਂ ਗੱਲਾਂ ਸੁਣਾਈਆਂ ਜਾਂਦੀਆਂ ਨੇ। ਕਹਿੰਦੇ ਜਿਨ੍ਹਾਂ ਦੀ ਇੱਥੇ ਹੀ ਖੇਤੀ ਉਜੜ ਗਈ, ਉਹਨਾਂ ਨੇ ਅੱਗੇ ਕੀ ਖਾਣਾ ਹੈ। ਕਹਿੰਦੇ ਐਸੇ ਸ਼ਰਮਾਂ ਤੋਂ ਬਾਹਰ, ਸੱਚੇ ਸਰਮੇ ਬਾਹਰੇ, ਮਾਲਕ ਦੇ ਡਰ ਭੌ ਤੋਂ ਬਾਹਰ ਜਿਹੜੇ ਬੰਦੇ ਹੁੰਦੇ ਨੇ, ਅੱਗੇ ਲਹੇ ਨਾ ਦਾਦ, ਉਹਨਾਂ ਨੂੰ ਦਰਗਾਹ ਚ ਢੋਈ ਨਹੀਂ ਮਿਲਦੀ। ਇਹ ਬੜਾ ਸਹਿਜ ਦਾ ਵਪਾਰ ਆ। ਸਤਿਗੁਰ ਨੇ ਸਾਨੂੰ ਸਾਰਾ ਕੁਛ ਦੇ ਕੇ ਉਸ ਤੋਂ ਬਾਅਦ ਸਾਡਾ ਦੇਖਦੇ ਪਏ ਆ ਕਿ ਬੱਚੇ ਵਪਾਰ ਕਿਵੇਂ ਕਰਦੇ ਨੇ। ਤੇ ਜਿਹੜੇ ਗਲਤ ਚੱਲਦੇ ਆ, ਕੁਛ ਸਮਾਂ ਤਾਂ ਚੱਲਣਗੇ, ਕਿਉਂਕਿ ਆਪਾਂ ਜਿਵੇਂ ਵਿਚਾਰ ਕਰਦੇ ਹਾਂ ਵੀ ਇੱਕ ਹੰਸ ਹੁੰਦਾ, ਇੱਕ ਬਗਲਾ ਹੁੰਦਾ ਹੈ। ਬਗਲਾ ਵੀ ਤੈਰਦਾ ਹੈ, ਪਰ ਉਹ 12 ਮੀਲ 14 ਮੀਲ, ਤੇ ਜਿਹੜਾ ਹੰਸ ਹੈ ਉਹ ਲਗਾਤਾਰ 300 ਮੀਲ ਦੀ ਚਾਲ ਹੀਰੇ ਮੋਤੀ ਚੁਗਦਾ ਲਗਾਤਾਰ ਚੱਲਦਾ। ਇਸੇ ਤਰੀਕੇ ਬਗਲੇ ਰੀਸ ਨਹੀਂ ਕਰ ਸਕਦੇ। ਕਾਂ ਹੁਣ ਜਿਹੜਾ ਹੈ ਉਹ ਹੰਸ ਦੇ ਨਾਲ ਤਾਰੀਆਂ ਲਾਵੇ, ਵੀ ਉਹਦੇ ਨਾਲ ਰੇਸ ਲਾਵੇ, ਠੀਕ ਹੈ। ਤੇ ਇਸ ਕਰਕੇ ਜਿਹੜਾ ਕਾਂ ਹੈ ਉਹ ਸਮੁੰਦਰ ਤੇ, ਕਾਂ ਤੇ ਹੰਸ ਦੀ ਸਮੁੰਦਰ ਦੇ ਉੱਤੇ ਦੌੜ ਲੱਗ ਗਈ। ਕਾਂ ਬੜਾ ਹਉਮੈ ਵਿੱਚ ਸੀ, ਕਾਂ ਵੀ ਬੜੀਆਂ ਚਾਲਾਂ ਜਾਣਦਾ ਸੀ, ਤੇ ਉੱਥੇ ਹੰਸ ਨੂੰ ਉਹਨੇ ਕਹਿ ਦਿੱਤਾ ਵੀ ਆ ਜਾ ਵੇਖਦੇ ਆ ਕਿਹਦੇ ਚ ਕਿੰਨਾ ਦਮ ਹੈ। ਹੰਸ ਨੇ ਵੀ ਤਾਰੀ ਲਾ ਲਈ ਤੇ ਕਾਂ ਉੱਪਰ ਉੱਡੇ। ਸਮੁੰਦਰ ਦੇ ਵਿੱਚ ਰੇਸ ਹੋ ਗਈ, ਦੌੜ ਹੋ ਗਈ ਉਹਨਾਂ ਦੀ। ਹੁਣ ਕਾਂ ਜਿਹੜਾ ਸੀਗਾ ਉਹ ਜਦੋਂ ਤੁਰਿਆ ਇੰਨੀ ਤੇਜ਼ੀ ਨਾਲ, ਕਦੇ ਖੱਬੇ ਚਾਲ ਮਾਰੇ, ਕਦੇ ਸੱਜੀ ਮਾਰੇ, ਕਦੇ ਪੁੱਠਾ ਹੋ ਕੇ ਉੱਡੇ, ਕਦੇ ਵਿੰਗਾ ਹੋ ਕੇ, ਕਦੇ ਸਿੱਧਾ ਹੋ ਕੇ, ਕਦੇ ਖੱਬੇ ਕਦੇ ਸੱਜੇ, ਕਲਾਬਾਜ਼ੀਆਂ ਖੇਡੇ। ਹੰਸ ਰਹਿ ਗਿਆ ਜੀ 2 ਕਿਲੋਮੀਟਰ ਪਿੱਛੇ, ਕਾਂ ਲੱਗ ਗਿਆ ਅੱਗੇ। ਹੁਣ ਜਦੋਂ ਕਰਦਾ ਕਰਦਾ ਗਿਆ ਥੱਕ, ਥੱਲੇ ਵੇਖੇ ਪਾਣੀ, ਵੀ ਹੁਣ ਬੈਠਾ ਕਿੱਥੇ, ਤੇ ਮੁੜ ਕੇ ਰੋਲਾ ਪਾਵੇ ਤੇ ਰੋਲਾ ਪਿਛਲਿਆਂ ਕੋਲ ਜਾਵੇ ਨਾ, ਆਵਾਜ਼ ਨਾ ਜਾਵੇ, ਗਾਂ ਇੰਨੀ ਲੰਘ ਗਿਆ। ਤੇ ਕਹਿੰਦੇ ਵਿੱਚ ਹਉਮੈ ਵਿੱਚ, ਹੰਕਾਰ ਵਿੱਚ, ਸਾਨੂੰ ਸਮਝਾਉਣ ਲਈ। ਇੰਨੇ ਨੂੰ ਜਦੋਂ ਹਰਖ ਗਿਆ ਤੇ ਹੌਲੀ ਹੌਲੀ ਉੱਤੋਂ ਡਿੱਗੇ, ਫੇਰ ਉੱਡੇ, ਵੀ ਪਾਣੀ ਵਿੱਚ ਡੁੱਬਦਾ ਸੀ। ਹੰਸ ਜਿਹੜਾ ਸੀ ਉਹ ਆਪਦੀ ਚਾਲ ਦੇ ਵਿੱਚ ਪਿੱਛੋਂ ਆ ਰਿਹਾ ਸੀ। ਉਹਨੇ ਵੇਖਿਆ ਵੀ ਬੜਾ ਅੱਗੇ ਲੰਘ ਗਿਆ ਸੀਗਾ, ਆ ਤਾਂ ਆਹ ਡੋਬੇ ਜੇ ਲਾਈ ਜਾਂਦਾ। ਲਾਲ ਪੀਲਾ ਹੋਇਆ, ਕਹਿੰਦਾ ਹੰਸਾ ਹੰਸਾ ਬਚਾ ਲੈ, ਮੈਂ ਮਰ ਜੂਗਾ। ਹੰਸਾ ਹੰਸਾ ਬਚਾ ਲੈ, ਮੈਂ ਮਰ ਜੂਗਾ। ਉਹ ਆਂਦਾ ਤੂੰ ਇੰਨਾ ਵੱਡਾ ਕਲਾਬਾਜ਼ੀਆਂ ਵਾਲਾ ਚੋਬਰ ਬੰਦਾ, ਚੋਬਰ ਜਾਨਵਰ ਆ ਤੂੰ ਕਿਵੇਂ ਮਰ ਸਕਦਾ। ਕਹਿੰਦਾ ਨਹੀਂ। ਉਹ ਫਿਰ ਹੰਸ ਨੂੰ ਤਾਂ ਖੇਲ ਦਾ ਪਤਾ ਸੀ। ਉਹ ਕਹਿੰਦਾ ਆ ਜਾ, ਰੱਖ ਮੇਰੇ ਉੱਤੇ ਪੰਜੇ ਤੇ ਤੈਨੂੰ ਉਡਾ ਕੇ ਪਿੱਛੇ ਲੈ ਜਾਣ। ਜਦੋਂ ਹੰਸ ਪੁੱਠਾ ਮੁੜਿਆ, ਜਿਹੜੇ ਕਾਂ ਦੇ ਨਾਲ ਸੰਜੋਗੀ ਸੀ ਉਹ ਤਾਂ ਤਾੜੀਆਂ ਮਾਰਨ ਵੀ ਵੇਖੋ ਜੀ, ਹੰਸ ਡਰਦਾ ਪਿਛਾ ਨੂੰ ਮੁੜ ਆਇਆ। ਤੇ ਜਦੋਂ ਕੋਲ ਜੀ ਹੋਇਆ ਤੇ ਕਾਂ ਉੱਤੇ ਐ ਲੱਤਾਂ ਤਾਂ ਨੂੰ ਕਰਕੇ ਲੰਮਾ ਪਿਆ ਹੋਇਆ ਹੰਸ ਦੇ। ਉਹ ਆਂਦੇ ਇਹ ਤਾਂ ਕਾਂ ਵੀ ਆਪਣਾ ਉੱਤੇ ਲੱਦੀ ਲਿਆਉਂਦਾ। ਗੱਲ ਇੱਥੇ ਮੁੱਕਦੀ ਹੈ ਵੀ ਜਿਹੜਾ ਬੰਦਾ ਹੰਕਾਰੀ ਹੁੰਦਾ ਨਾ, ਕਲਾਬਾਜ਼ੀਆਂ ਖੇਡ ਲੈਂਦਾ, ਬੜੀ ਫਾਸਟ ਚੱਲਦਾ, ਪਰ ਅਖੀਰ ਡੋਬੇ ਵਿੱਚ ਆ ਜਾਂਦਾ। ਇਹ ਜਿਹੜਾ ਸਮੁੰਦਰ, ਇਹ ਭਵਜਲ ਹੈ। ਜ਼ਿੰਦਗੀ ਜਿਹੜੀ ਹੈ, ਸਮਾਂ ਜਿਹੜਾ ਹੈ ਕਿਸੇ ਨੂੰ ਨਹੀਂ ਬਖਸ਼ਦਾ। ਜੇ ਸਮਾਂ ਬਖਸ਼ਦਾ ਹੁੰਦਾ ਅੱਜ ਪਾਪੀ ਖਤਮ ਨਾ ਹੁੰਦੇ। ਜਿਸ ਦੀ ਜਿੰਨੀ ਮਰਜ਼ੀ ਚੜ੍ਹਤ ਹੋਵੇ, ਪਰ ਮਨਮੁਖ ਜਿਹੜਾ ਹੈ, ਅਗਿਆਨਤਾ ਵਸ ਜੀਵ ਜਿਹੜਾ ਹੈ, ਉਹ ਕਦੇ ਪਾਸ ਨਹੀਂ ਹੁੰਦਾ। ਇਸ ਕਰਕੇ ਆਪਾਂ ਜਿਹੜਾ ਮਹਾਰਾਜ ਕਹਿੰਦੇ ਨੇ, ਇਹ ਸਾਰੀਆਂ ਸ਼ਰਾਰਤਾਂ ਕਾਲ ਦੀਆਂ ਨੇ। ਤੁਸੀਂ ਜਿਸ ਤਰ੍ਹਾਂ ਵੀ ਕਰੋ, ਨਾਮ ਦੀ ਧੁਨ ਸੁਣਨੀ ਨਾ ਛੱਡੋ। ਮਹਾਰਾਜ ਕਹਿੰਦੇ ਨਾਮ ਧਰੀਕ ਉਧਾਰੇ, ਭਗਤੈ ਸੰਸਾ ਕੌਣ, ਜੇਨ ਕੇਨ ਪ੍ਰਕਾਰੇ ਹਰ ਹਰ ਜਸ ਸੁਨੋ ਸਰਵਣ। ਕੀ ਕਹਿੰਦੇ ਨੇ? ਜੇਨ ਕੇਨ ਪ੍ਰਕਾਰੇ ਹਰ ਹਰ ਜਸ ਸੁਨੋ ਸਰਵਣ। ਜਿਵੇਂ ਮਰਜ਼ੀ ਕਰੋ, ਜੇਨ ਕੇਨ ਪ੍ਰਕਾਰੇ, ਵੀ ਜਿਵੇਂ ਮਰਜ਼ੀ ਕਰੋ, ਨਾਦ ਨੂੰ ਸੁਣਨਾ ਨਹੀਂ ਛੱਡਣਾ। ਆਪਾਂ ਕਹਿੰਦੇ ਨਾ ਸੁਣਿਆ ਨਹੀਂ ਜਾਂਦਾ,
ਨੀਂਦ ਆ ਜਾਂਦੀ ਹੈ, 5-4 ਮਿੰਟ ਸੁਣਿਆ ਜਾਂਦਾ ਹੈ, ਥੋੜੀ ਦੇਰ ਸੁਣਿਆ ਜਾਂਦਾ ਹੈ। ਮਹਾਰਾਜ ਕਹਿੰਦੇ ਨਾ, ਜੇਨ ਕੇਨ ਪ੍ਰਕਾਰੇ ਹਰ ਹਰ ਜਸ ਸੁਨੋ ਸ਼ਰਵਨ, ਸੁਨ ਸ਼ਰਵਨ ਬਾਣੀ ਪੁਰਖ ਗਿਆਨੀ, ਮਨ ਨਿਧਾਨਾ ਪਾਵੇ ਹਰ ਰੰਗ ਰਾਤੇ, ਪ੍ਰਭ ਵਿਦਾਤੇ ਰਾਮ ਕੇ ਗੁਣ ਗਾਵੇ। ਕਹਿੰਦੇ ਪੁਰਖ ਗਿਆਨੀ ਗੁਰਮੁਖ ਪਿਆਰਿਆ, ਇਹ ਸੱਚੀ ਬਾਣੀ ਨੂੰ ਕੰਨਾਂ ਦੇ ਨਾਲ ਸੁਣ, ਮਨ ਦੇ ਕੰਨਾਂ ਨਾਲ, ਸੁਰਤੀ ਦੇ ਧਿਆਨ ਦੇ ਕੰਨਾਂ ਨਾਲ। ਕਹਿੰਦੇ ਮਨ ਨਿਧਾਨਾ ਪਾਵੇ, ਫਿਰ ਤੈਨੂੰ ਨਿਧਾਨ ਮਿਲੂਗਾ। ਇਹੀ ਤਾਂ ਕਾਲ ਚਾਹੁੰਦਾ ਵੀ ਨਾ ਇਹ ਨਾਮ ਸੁਣਨ, ਨਾ ਧੁਨ ਸੁਣਨ, ਨਾ ਇਹਨਾਂ ਵਿੱਚ ਬਿਸਮਾਦ ਪੈਦਾ ਹੋਵੇ, ਤੇ ਇਹ ਹਮੇਸ਼ਾ ਹੀ ਮੇਰੇ ਵੱਸ ਰਹਿਣਗੇ। ਕਿਉਂਕਿ ਸ਼ਬਦ ਦੀ ਧੁਨ ਦੇ ਵਿੱਚੋਂ ਦੀ ਬਿਸਮਾਦ ਪੈਦਾ ਹੋਣਾ, ਸ਼ਬਦ ਦੀ ਧੁਨ ਦੇ ਵਿੱਚੋਂ ਹੀ ਤੁਹਾਡੇ ਮਨ ਦੇ ਵਿੱਚ ਸੁਭਾਵਕ ਗਿਆਨ ਪੈਦਾ ਹੋਣਾ, ਖੰਡਾ ਬ੍ਰਹਿਮੰਡਾਂ ਦਾ ਗਿਆਨ ਪੈਦਾ ਹੋਣਾ। ਸ਼ਬਦ ਸੁਣ ਸੁਣ ਕੇ ਉਸ ਦੀ ਊਰਜਾ ਦੇ ਨਾਲ ਹੀ ਮਨ ਨੇ ਸਰੀਰ ਨੂੰ ਛੱਡ ਕੇ ਸੁਨ ਮੰਡਲ ਦੇ ਵਿੱਚ ਉਡਾਰੀ ਲਾਉਣੀ ਹੈ। ਸੁਨ ਮੰਡਲ ਵਿੱਚ ਜਾ ਕੇ ਗੁਰਮੁਖ ਰੂਹਾਂ ਨੂੰ ਮਿਲਣਾ। ਸ਼ਬਦ ਦੀ ਪਾਵਰ ਦੇ ਨਾਲ ਹੀ ਸਾਡਾ ਸੂਖ ਮਹਿਲ ਵਿੱਚ ਆਸਣ ਲੱਗਣਾ ਹੈ। ਜਿਵੇਂ ਆਪਾਂ ਦੇਖਦੇ ਹਾਂ, ਮਿਸਾਈਲ ਨੇ ਧਰਤੀ ਤੋਂ ਉੱਡਣਾ ਹੁੰਦਾ ਹੈ, ਉਸ ਦੇ ਵਿੱਚ ਜਿੰਨਾ ਕੁ ਉਹਦਾ ਈਂਧਨ ਹੁੰਦਾ ਹੈ, ਪੈਟਰੋਲ ਡੀਜ਼ਲ ਜੋ ਉਹਦੇ ਵਿੱਚ ਪੈਂਦਾ ਹੈ, ਤੇਲ ਪੈਂਦਾ ਹੈ, ਜਿੰਨਾ ਉਹ ਹੋਵੇਗਾ, ਜਿੰਨੀ ਪਾਵਰ ਹੋਏਗੀ, ਉਹ ਓਨਾ ਉੱਚੀ ਜਾ ਸਕਦੀ। ਇਸੇ ਤਰੀਕੇ ਮਨ ਨੇ ਇਹ ਸਰੀਰ ਜਿਹੜਾ ਹੈ ਇਹਨੂੰ ਇੱਕ ਖੰਡ ਕਿਹਾ ਗਿਆ। 8 ਪੈਰੀ 8 ਖੰਡ, 9ਵਾਂ ਖੰਡ ਸਰੀਰ। ਇਹ ਜਿਹੜਾ 9ਵਾਂ ਖੰਡ ਸਰੀਰ ਹੈ, ਇਹ ਜਿਵੇਂ ਆਪਾਂ ਦੇਖਦੇ ਹਾਂ ਧਰਤੀ ਕੋਈ ਵੀ ਚੀਜ਼ ਆ ਉੱਪਰੋਂ ਆਪਦੇ ਵੱਲ ਨੀਚੇ ਨੂੰ ਖਿੱਚਦੀ ਹੈ, ਇਸੇ ਤਰੀਕੇ ਇਹ ਸਰੀਰ ਜਿਹੜਾ ਹੈ ਇਹ ਅਸਥੂਲ ਤੇ ਸੂਖਮ ਮਾਇਆ ਦਾ ਬਣਿਆ ਹੈ। ਇਹ ਸੂਖਮ ਮਾਇਆ ਜਦੋਂ ਮਨ ਸਰੀਰ ਵਿੱਚੋਂ ਨਿਕਲਣ ਲੱਗਦਾ, ਇਹਨੂੰ ਆਪਦੇ ਪਾਸੇ ਖਿੱਚਦੀ ਹੈ। ਪਰ ਜੇ ਮਨ ਸ਼ਬਦ ਦਾ ਸਹਾਰਾ ਲਿਆ ਹੋਏਗਾ ਤਾਂ ਉਹ ਇਹਦੀ ਊਰਜਾ ਦੇ ਵਿੱਚੋਂ ਬਾਹਰ ਨਿਕਲ ਜਾਏਗਾ, ਕਿਉਂਕਿ ਸ਼ਬਦ ਮੂਲ ਹੈ, ਸ਼ਬਦ ਦੀ ਊਰਜਾ ਬਹੁਤ ਜ਼ਿਆਦਾ ਹੈ। ਹੁਣ ਜਿਹੜਾ ਆਪਾਂ ਦੁਨਿਆਵੀ ਜਾਪ ਕਰਦੇ ਹਾਂ, ਚਾਹੇ ਜਿੰਨਾ ਮਰਜ਼ੀ ਜਾਪ ਕਰ ਲਓ, ਉਸ ਦੇ ਨਾਲ ਤੁਸੀਂ ਇਹਦੇ ਤੋਂ ਬਾਹਰ ਵੀ ਹੋ ਜਾਓਗੇ, ਪਰ ਉਹ ਭਾਸ਼ਾ ਦੁਆਰਾ ਕੀਤਾ ਗਿਆ ਜਿਹੜਾ ਜਾਪ ਹੈ, ਉਹ ਥੋੜੇ ਸਮੇਂ ਲਈ ਸਾਨੂੰ ਉਡਾਰੀ ਲਵਾ ਕੇ ਫਿਰ ਲਿਆ ਕੇ ਸੁਪਨੇ ਭਵਜਲ ਵਿੱਚ ਸਿੱਟ ਦਿੰਦਾ। ਜੋ ਨਾਮ ਦੀ ਧੁਨ ਦਾ ਬਿਸਮਾਦ ਜਾਪ ਹੈ, ਜੋ ਨਾਮ ਮਨ ਕਰਕੇ ਬੋਲਿਆ ਜਾਵੇ, ਨਾ ਤਨ ਕਰਕੇ ਬੋਲਿਆ ਜਾਵੇ, ਇਹ ਤਾਂ ਇੱਕ ਧੁਨ ਚੱਲਦੀ ਏ, ਘਟ ਘਟ ਵਾਜਿਆ ਨਾਦ। ਉਹ ਧੁਨ ਦੇ ਵਿੱਚ ਜਿਹੜਾ ਧਿਆਨ ਧਰ ਦੇਗਾ, ਉਹਨੂੰ ਫਿਰ ਹੌਲੀ ਹੌਲੀ ਸਾਰੀ ਅੰਦਰੋਂ ਗੁਪਤੀ ਬਾਣੀ ਪ੍ਰਗਟ ਹੋਏ। ਇੱਕ ਤਾਂ ਗੁਪਤ ਬਾਣੀ ਪ੍ਰਗਟ ਹੋ ਜਾਏਗੀ, ਇੱਕ ਜੋ ਧੁਨ ਚੱਲਦੀ ਹੈ ਸਹਿਜ ਦੇ ਵਿੱਚ ਜਾ ਕੇ, ਉਹ ਆਪਣੇ ਆਪ ਹੀ ਜਿਵੇਂ ਸਹਿਜ ਦੇ ਵਿੱਚ ਤੁਸੀਂ ਧੁਨ ਸੁਣਦੇ ਜਾਓਗੇ, ਤੁਹਾਨੂੰ ਉਹਦੀ ਆਵਾਜ਼ ਪਤਾ ਲੱਗ ਜਾਏਗੀ। ਇੱਕ ਜੋ ਵੀ 5 ਸ਼ਬਦਾਂ ਦਾ ਜੋਤ ਦਾ ਖੇਲ ਹੈ, ਔਰ ਸਾਰਾ ਗਿਆਨ ਹੋ ਜਾਂਦਾ ਹੈ। ਗੁਰਮੁਖ ਉੱਧਰ ਜਾ ਕੇ ਵੀ ਜਾਗਦੇ ਨੇ ਤੇ ਇੱਧਰ ਆ ਕੇ ਵੀ ਜਾਗਦੇ। ਇੱਕ ਜਿਹੜੀ ਸਭ ਤੋਂ ਵੱਡੀ ਸਮੱਸਿਆ, ਗੁਰਮੁਖ ਕਹਿੰਦੇ ਆ ਵੀ ਰਾਤ ਸਾਡਾ ਮਨ ਜਾਗਿਆ ਸੀ, ਸਾਨੂੰ ਇੰਨਾ ਕੁ ਵੀ ਅਨੁਭਵ ਹੈ ਵੀ ਰਾਤ ਵਿਚਾਰਾਂ ਵੀ ਹੋਈਆਂ ਨੇ, ਸਾਨੂੰ ਇੱਕ ਪ੍ਰਕਾਸ਼ ਦੇ ਵਿੱਚੋਂ ਆਵਾਜ਼ ਨੇ ਕੁਛ ਕਿਹਾ ਵੀ ਹੈ, ਪਰ ਸਾਨੂੰ ਯਾਦ ਨਹੀਂ ਰਹਿੰਦਾ। ਕਈ ਗੁਰਮੁਖ ਕਹਿੰਦੇ ਨੇ ਸੂਖਮ ਰੂਪ ਦੇ ਵਿੱਚ ਆਪਾਂ ਇਕੱਠੇ ਹੋਏ, ਕੋਈ ਤੁਸੀਂ ਸਾਨੂੰ ਬਚਨ ਕੀਤਾ ਤੇ ਸਾਨੂੰ ਯਾਦ ਨਹੀਂ ਆ ਰਿਹਾ। ਕਈ ਵਾਰੀ ਗੁਰਮੁਖ ਪਰਿਵਾਰ ਰੂਪ ਵਿੱਚ ਵੀ ਉਸੇ ਤਰੀਕੇ ਅਸੀਂ ਬੈਠ ਕੇ ਉੱਤੇ ਕੋਈ ਸ਼ਬਦ ਦੀ ਵਿਚਾਰ ਕੀਤੀ, ਕੋਈ ਇੱਕ ਅਨਾਹਦ ਵਿਚਾਰ ਕੀਤੀ, ਉਹ ਸਾਨੂੰ ਇਹ ਇਸੇ ਕਰਕੇ ਹੈ ਕਿਉਂਕਿ ਹਜੇ ਮਨ ਨਾਮ ਵਿੱਚ ਨਹੀਂ ਸਮਾਇਆ, ਕਨੈਕਸ਼ਨ ਟੁੱਟਿਆ ਹੋਇਆ। ਕਿਉਂਕਿ ਜਦੋਂ ਕਨੈਕਸ਼ਨ ਇੱਕ ਹੋ ਗਿਆ, ਫਿਰ ਤਾਂ ਲੋਕ ਪਰਲੋਕ ਵਿੱਚ ਇੱਕ ਹੀ ਸ਼ਬਦ ਚੱਲਦਾ। ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਵੀ ਕਿਸੇ ਵੀ ਅਵਸਥਾ ਵਿੱਚ ਸ਼ਬਦ ਬੰਦ ਨਹੀਂ ਹੈਗਾ, ਲੋਕ ਪਰਲੋਕ ਵਿੱਚ ਸ਼ਬਦ ਚੱਲ ਰਿਹਾ। ਤੇ ਫਿਰ ਸ਼ਬਦ ਦੇ ਰਾਹੀਂ ਹੀ ਜਦੋਂ ਸਾਡੀ ਸੁਰਤੀ ਅਟੈਚ ਹੋ ਗਈ, ਸ਼ਬਦ ਦੀ ਊਰਜਾ ਦੇ ਨਾਲ ਅਟੈਚ ਹੋ ਗਈ ਜਦੋਂ ਸਾਡੀ ਸੁਰਤੀ, ਜੋ ਵੀ ਉੱਧਰ ਵਿਚਾਰ ਹੋਏਗੀ ਇੱਧਰ ਆ ਕੇ ਸਾਨੂੰ ਯਾਦ ਰਹੇਗੀ। ਇਸ ਕਰਕੇ ਤੁਸੀਂ ਸ਼ਬਦ ਸੁਣੋ। ਜੇਨ ਕੇਨ ਪ੍ਰਕਾਰੇ ਹਰ ਹਰ ਜਸ ਸੁਨੋ ਸ਼ਰਵਨ, ਹਰੀ ਦਾ ਜਸ ਜੋ ਹਰੀ ਆਪ ਕਰ ਰਿਹਾ, ਸ਼ਬਦਾਂ ਦੁਆਰਾ ਕਰ ਰਿਹਾ। ਸੁਨੋ ਸ਼ਰਵਨ, ਸ਼ਰਵਣਾ ਦੁਆਰਾ ਸੁਣੋ। ਸੁਨ ਸ਼ਰਵਨ ਬਾਣੀ ਪੁਰਖ ਗਿਆਨੀ, ਮਨ ਨਿਧਾਨਾ ਪਾਵੇ, ਫਿਰ ਤੈਨੂੰ ਮਨ ਦੇ ਵਿੱਚ ਨਿਧਾਨ ਮਿਲੇਗਾ। ਠੀਕ ਹੈ ਨਾ ਜੀ। ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਅਨ ਦਿਨ ਨਾਮੇ ਰਤਿਆ ਜੋਤੀ ਜੋਤ ਸਮਾਏ, ਜੋਤੀ ਹੂੰ ਪ੍ਰਭ ਜਾਪਦਾ ਬਿਨ ਸਤਿਗੁਰ ਬੂਝ ਨਾ ਪਾਏ। ਜਦੋਂ ਆਪਾਂ ਦਿਨ ਰਾਤ ਨਾਮ ਦੀ ਧੁਨ ਨੂੰ ਸੁਣਾਂਗੇ, ਕਾਲ ਆਪਣੇ ਆਪ ਕੱਟਿਆ ਜਾਏਗਾ, ਤੁਹਾਡੇ ਮਨ ਚੋਂ ਜਾਲ ਪਏਗਾ ਹੀ ਨਹੀਂ। ਤੇ ਜਦੋਂ ਜਾਲ ਪਏਗਾ ਵੀ, ਉਸ ਦਾ ਤੁਹਾਨੂੰ ਭੇਤ ਆ ਜਾਏਗਾ ਵੀ ਹੁਣ ਜਾਲ ਪੈ ਗਿਆ, ਇਹਨੂੰ ਕੱਟਣਾ ਕਿਵੇਂ ਆ। ਅੰਦਰੋਂ ਹੀ ਬਿਸਮਾਦ ਗਿਆਨ ਬ੍ਰਹਮ ਦਾ ਪੈਦਾ ਹੋ ਜਾਏਗਾ। ਅੰਦਰੋਂ ਜੋ ਸਤਿਗੁਰ ਸਾਨੂੰ ਸਮਝਾਉਣਾ ਚਾਹੁੰਦੇ ਨੇ, ਹੁਣ ਸਾਨੂੰ ਸਮਝ ਨਹੀਂ ਆਉਂਦਾ, ਫਿਰ ਸਾਨੂੰ ਸਹਿਜ ਸੁਭਾਅ ਸਮਝਾਉਣਾ ਸ਼ੁਰੂ ਹੋ ਜਾਏਗਾ। ਤੇ ਫਿਰ ਜਿਹੜੀ ਸਾਹਮਣੇ ਜੋਤ ਹੈ, ਨਾਲ ਧੁਨ ਨੂੰ ਸੁਣੋ, ਜਾਪ ਕਰੋ, ਜਿਹੜੀ ਜੋਤ ਤੁਹਾਨੂੰ ਪਹਿਚਾਣ ਹੋ ਗਈ ਹੈ ਬਹੁਤ ਸਾਰੇ ਗੁਰਮੁਖਾਂ ਨੂੰ,
ਇਹਨੂੰ ਦੇਖੀ ਜਾਓਗੇ ਤੇ ਮਹਾਰਾਜ ਕਹਿੰਦੇ ਜੋਤੀ ਹੂੰ ਪ੍ਰਭ ਜਾਪਦਾ। ਇਹਨੂੰ ਦੇਖ ਦੇਖ ਕੇ ਉਹ ਕਰੋੜਾਂ ਅਰਬਾਂ ਖਰਬਾਂ ਦਾ ਜਿਹੜਾ ਸੂਰਜ ਦਾ ਪ੍ਰਕਾਸ਼ ਹੈ ਜੋ ਤੇਜ ਹੈ, ਬਿਲਕੁਲ ਤੇਜ ਹੈ। ਹੁਣ ਗੁਰਮੁਖ ਮਿਲ ਕੇ ਆਪਦਾ ਪ੍ਰੈਕਟੀਕਲ ਦੱਸਦੇ ਨੇ ਨਾ, ਬਹੁਤ ਖੁਸ਼ੀ ਹੋਈ। ਹੁਣ ਬਹੁਤ ਸਾਰੇ ਗੁਰਮੁਖ ਕਹਿੰਦੇ ਵੀ ਸਾਨੂੰ ਇਸ ਤਰ੍ਹਾਂ ਪ੍ਰਕਾਸ਼ ਮਸਤਕ ਤੇ ਹੁੰਦਾ ਵੀ ਜਿਵੇਂ ਬਹੁਤ ਤੇਜ਼ ਹੁੰਦਾ, ਝੱਲਿਆ ਨਹੀਂ ਜਾਂਦਾ। ਜਦੋਂ ਉਹ ਝੱਲਿਆ ਨਹੀਂ ਜਾਂਦਾ ਉਸ ਦੇ ਵਿੱਚ ਸੁਰਤੀ ਸਾਡੀ ਮਿਲਦੀ ਹੈ ਤੇ ਆਨੰਦ ਬਹੁਤ ਮਹਿਸੂਸ ਹੁੰਦਾ ਹੈ। ਅਸੀਂ ਸਰੀਰ ਭੁੱਲ ਕੇ ਗੁੰਮ ਹੋ ਜਾਂਦੇ ਹਾਂ। ਇੰਨੀ ਅਵਸਥਾ ਵਿੱਚ ਵੀ ਗੁਰਮੁਖ ਵਿਚਰ ਰਹੇ ਨੇ, ਸਹਿਜ ਸੁਭਾਏ, ਨਾਲੇ ਪਰਿਵਾਰਾਂ ਦਾ ਕੰਮ ਕਰਦੇ ਆ, ਨਾਲੇ ਗ੍ਰਸਤ ਜੀਵਨ ਬਤੀਤ ਕਰਦੇ ਨੇ। ਤੇ ਜਦੋਂ ਮਨ ਦੀ ਅਵਸਥਾ ਪੁੱਛੀਏ, ਬੜਾ ਆਨੰਦ ਅਵਸਥਾ ਹੈ। ਕਿਵੇਂ? ਕਿਉਂਕਿ ਜੋ ਅਸਲ ਗੁਰਮਤ ਦੇ ਵਿੱਚ ਹੈ ਵੀ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਉਸ ਮਾਰਗ ਦੇ ਉੱਪਰ ਗੁਰਮੁਖ ਚੱਲਦੇ ਪਏ। ਇਹੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਮਾਰਗ ਹੈ, ਜੇ ਆਪਾਂ ਸਮਝ ਜਾਈਏ। ਸੋ ਇਸ ਕਰਕੇ ਜਿਹੜੀ ਨਾਮ ਧੁਨ ਹੈ, ਇਹ ਤੁਹਾਨੂੰ ਪ੍ਰੈਕਟੀਕਲ ਕਰ ਕਰਕੇ ਜਦੋਂ ਅੰਤਰਗਤ ਬੈਠੋਗੇ, ਇਹ ਧੁਨ ਆਪਣੇ ਆਪ ਹੀ ਸਹਿਜ ਦੇ ਵਿੱਚ ਜਾ ਕੇ ਬਦਲ ਜਾਂਦੀ ਹੈ। ਉਹਨੂੰ ਸੁਣ ਕੇ ਜਦੋਂ ਅੰਮ੍ਰਿਤ ਆਏਗਾ, ਆਨੰਦ ਆਏਗਾ, ਤੁਸੀਂ ਆਪਣੇ ਆਪ ਸਮਝ ਜਾਓਗੇ ਕਿ ਸਹਿਜ ਧੁਨ ਦਾ ਰੂਪ ਅੰਤਰਗਤ ਜਾ ਕੇ ਕਿਵੇਂ ਬਣ ਜਾਂਦਾ ਹੈ। ਜੇ ਪ੍ਰੈਕਟੀਕਲ ਨਾ ਕਰੋਗੇ, ਬਾਹਰੋਂ ਤੁਹਾਨੂੰ ਕੋਈ ਕਹੇਗਾ, ਕੋਈ ਕਹੇਗਾ, ਅਸੀਂ ਇੱਕ ਗਿਆਨ ਰੂਪ ਚ ਕਹਾਂਗੇ। ਪਰ ਜਦੋਂ ਪ੍ਰੈਕਟੀਕਲ ਕਰਕੇ ਤੁਸੀਂ ਆਪ ਅੰਤਰਗਤ ਜਾ ਕੇ ਉਹਦੇ ਵਿੱਚ ਧੁਨ ਨੂੰ ਸੁਣੋਗੇ, ਤੁਹਾਨੂੰ ਆਪਣੇ ਆਪ ਅਭਿਆਸ ਆ ਜਾਏਗਾ। ਜਿਵੇਂ ਹੁਣ ਕੋਈ ਜਹਾਜ਼ ਦੀ ਯਾਤਰਾ ਬਾਰੇ ਦੱਸੇ, ਪਰ ਜਦੋਂ ਅਸੀਂ ਜਹਾਜ਼ ਵਿੱਚ ਬੈਠਦੇ ਹਾਂ, ਪੂਰਾ ਅਨੁਭਵ ਉਦੋਂ ਹੀ ਹੁੰਦਾ। ਇਸੇ ਤਰੀਕੇ ਜੋ ਇਹ ਆਪਾਂ ਗੱਲ ਕਰਦੇ ਹਾਂ ਵੀ ਬਹੁਤ ਸਾਰੇ ਗੁਰਮੁਖਾਂ ਨੂੰ ਹਜੇ ਨੇਤਰ ਖੋਲ ਕੇ ਸੱਚ ਦੇ ਦਰਸ਼ਨ, ਇਸ ਮੂਰਤ ਦੇ ਦਰਸ਼ਨ ਹੁੰਦੇ ਨੇ, ਪਰ ਅੰਤਰਗਤ ਹਜੇ ਨਹੀਂ। ਪਰ ਜਿਵੇਂ ਜਿਵੇਂ ਕੁਝ ਗੁਰਮੁਖ ਨੇ, ਉਹ ਅੰਦਰ ਬੈਠ ਕੇ ਜਦੋਂ ਮਸਤਕ ਤੋਂ ਉੱਪਰ ਜਾ ਕੇ ਦਰਸ਼ਨ ਕਰਦੇ ਨੇ, ਫਿਰ ਉਹ ਆਪਣੇ ਆਪ ਹੀ ਦੱਸਦੇ ਨੇ ਵੀ ਬਿਲਕੁਲ ਸਰੂਪ ਤਾਂ ਐਵੇਂ ਦਾ ਹੀ ਆ, ਪਰ ਇੰਨਾ ਤੇਜ਼ ਹੈ ਵੀ ਉੱਥੇ ਵਿੱਚ ਅੰਮ੍ਰਿਤ ਦੀ ਵਰਖਾ ਚੱਲ ਪੈਂਦੀ ਹੈ। ਸੂਖਮ ਮਨ ਦੇ ਉੱਪਰ ਮੀਂਹ ਪੈਣ ਲੱਗ ਜਾਂਦਾ ਅੰਮ੍ਰਿਤ ਦਾ, ਔਰ ਸਾਡੇ ਅੰਦਰ ਵਿਸਮਾਦ ਹੋ ਜਾਂਦਾ ਜਦੋਂ ਸਾਨੂੰ ਅੰਤਰਗਤ ਦਰਸ਼ਨ ਹੁੰਦੇ ਨੇ। ਪਰ ਜਦੋਂ ਸਰੀਰ ਵਿੱਚ ਆਈਏ, ਫਿਰ ਸਾਰਾ ਉਵੇਂ ਹੋ ਜਾਂਦਾ। ਕਿਉਂ? ਸਰੀਰ ਤ੍ਰੈ ਗੁਣ ਦਾ ਬਣਿਆ, ਕਰਮ ਦਾ ਬਣਿਆ। ਇਸ ਦੇ ਵਿੱਚ ਸਿਰਫ ਵਿਖਿਆ ਹੀ ਹੈ, ਇਸ ਦੇ ਵਿੱਚ ਤਾਂ ਕਰਮ ਹੀ ਹੋ ਸਕਦਾ। ਇਸ ਨੂੰ ਛੱਡ ਕੇ ਵਿਸਮਾਦ ਹੈ। ਜਦੋਂ ਵਿਸਮਾਦ ਵਿੱਚ ਗਏ, ਉਦੋਂ ਸਰੀਰ ਭੁੱਲ ਗਏ। ਵਿਸਮਾਦ ਤੋਂ ਦੁਬਾਰਾ ਸਰੀਰ ਵਿੱਚ ਆਏ, ਦੁਬਾਰਾ ਪੰਜਾਂ ਨਾਲ, ਮਾਇਆ ਨਾਲ ਖੇਲ ਸ਼ੁਰੂ ਹੋ ਗਈ। ਫਿਰ ਗੁਰਮੁਖ ਨਾਮ ਸੱਚ ਦੇ ਸਨਮੁਖ ਹੋ ਕੇ ਸ਼ਬਦ ਦੁਆਰਾ ਪੰਜਾਂ ਨੂੰ ਪਿੱਛੇ ਹਟਾ ਦਿੰਦੇ ਆ। ਇਹੀ ਖੇਲ ਚੱਲਦੀ ਹੈ। ਗੁਰਮੁਖ ਸਾਦਾ ਜੀਵਨ ਵੀ ਜਿਉਂਦੇ ਆ, ਗੁਰਮੁਖ ਅੰਤਰਗਤ ਵਿਸਮਾਦੀ ਜੀਵਨ ਵੀ ਜਿਉਂਦੇ ਆ। ਇਸ ਕਰਕੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਅਸਲ ਵਡਿਆਈ ਦਰਗਾਹ ਵਿੱਚ ਕਿਹੜੀ ਵਡਿਆਈ ਪ੍ਰਵਾਨ ਹੈ। ਉਹ ਦੁਨਿਆਵੀ ਵਡਿਆਈਆਂ ਦੇ ਵਿੱਚ ਨਹੀਂ ਆਉਂਦੇ। ਫਿਰ ਜਿਹੜਾ ਮਨਮੁਖ ਅਨਾੜੀ ਅਸੰਤ ਹੈ, ਅਨਾੜੀ ਜੀਵ ਹੈ, ਉਹ ਦੁਨਿਆਵੀ ਵਡਿਆਈਆਂ ਦਾ ਵਿਖਾਵਾ ਕਰਦਾ ਹੈ। ਉਸ ਨੂੰ ਪਤਾ ਨਹੀਂ ਕਿ ਦੁਨਿਆਵੀ ਵਡਿਆਈ ਜਿੰਨੀ ਮਰਜ਼ੀ ਹੋਵੇ, ਜਿੰਨੀ ਮਰਜ਼ੀ ਪੈਸੇ ਦੀ, ਦੌਲਤ ਦੀ ਸ਼ੋਹਰਤ ਹੋਵੇ, ਕਾਰਾਂ ਗੱਡੀਆਂ ਹੋਣ, ਇਸ ਵਡਿਆਈ ਨੂੰ ਦਰਗਾਹ ਵਿੱਚ ਰੱਤਾ ਭਰ ਵੀ, ਕਿਣਕਾ ਭਰ ਵੀ ਵਡਿਆਈ ਨਹੀਂ ਮਿਲਦੀ। ਕਿਉਂਕਿ ਇਹ ਤਾਂ ਇੱਕ ਸਾਨੂੰ ਪੁੰਨ, ਸਿਮਰਨ, ਭਗਤੀ ਦੇ ਵੰਡੇ ਮਿਲੀਆਂ ਦਾਤਾਂ ਨੇ। ਇਹ ਤਾਂ ਕਰਤੇ ਨੇ ਆਪ ਸਾਨੂੰ ਦਾਤਾਂ ਦਿੱਤੀਆਂ ਨੇ। ਹੁਣ ਕਰਤੇ ਨੇ ਦਾਤਾਂ ਦਿੱਤੀਆਂ ਨੇ ਤੇ ਉਹਦੀਆਂ ਦਾਤਾਂ ਲੈ ਕੇ ਅਸੀਂ ਉਹਨੂੰ ਇੱਕ ਭਲ ਵੀ ਚੇਤਾ ਨਹੀਂ ਕੀਤਾ, ਤੇ ਸਾਰੀ ਉਮਰ ਉਹਦੀਆਂ ਦਾਤਾਂ ਦੇ ਵਿੱਚ ਰਹਿ ਕੇ ਉਹਨੂੰ ਭੁੱਲ ਕੇ ਝੂਠਾ ਮਾਣ ਕਰਦੇ ਰਹੇ। ਤੇ ਦੱਸੋ ਗੁਰਮੁਖ ਪਿਆਰਿਓ, ਵਡਿਆਈ ਮਿਲੇਗੀ ਕਿ ਸਜ਼ਾ ਮਿਲੇਗੀ? ਜਿਸ ਅਕਾਲ ਪੁਰਖ ਮਹਾਸ਼ਕਤੀ ਨੇ ਸਾਨੂੰ ਦਾਤਾਂ ਮਿਲੀਆਂ, ਦਿੱਤੀਆਂ, ਅਸੀਂ ਕਹਿੰਦੇ ਅਸੀਂ ਆਪ ਕਮਾਈਆਂ ਨੇ। ਬਹੁਤੇ ਜੀਵ ਤਾਂ ਮੰਨਦੇ ਹੀ ਨਹੀਂ ਵੀ ਇਹ ਪੈਸਾ ਜਾਂ ਜੋ ਵੀ ਸ਼ੋਹਰਤ ਹੁੰਦੀ ਪਰਮੇਸ਼ਰ ਦੀ ਦਿੱਤੀ ਹੋਈ ਹੈ। ਤੇ ਉਸ ਤੋਂ ਬਾਅਦ ਅਸੀਂ ਉਹਦੀਆਂ ਦਾਤਾਂ ਵਿੱਚ ਰਹਿ ਕੇ, ਦਾਤ ਪਿਆਰੀ ਵਿਸਰਿਆ ਦਤਾਰ, ਉਹਨੂੰ ਹੀ ਅਸੀਂ ਨਿੰਦਦੇ ਹਾਂ, ਉਹਦੀ ਖਿਲਾਫੀਅਤ ਕਰਦੇ ਹਾਂ, ਉਹਦੇ ਤੋਂ ਜੀਵਾਂ ਨੂੰ ਤੋੜਦੇ ਹਾਂ, ਨਸ਼ਿਆਂ ਨਾਲ, ਨਿੰਦਿਆ ਚੁਗਲੀ ਨਾਲ, ਮਨ ਦੇ ਤਾਂਦੇ ਨਸ਼ੇ ਨਾਲ ਜੋੜਦੇ ਹਾਂ। ਤੇ ਸਾਨੂੰ ਸਜ਼ਾ ਮਿਲੇਗੀ ਕਿ ਵਡਿਆਈ ਮਿਲੇਗੀ? ਇਸ ਕਰਕੇ ਭਗਤਾਂ ਨੂੰ ਪਤਾ ਲੱਗ ਗਿਆ ਵੀ ਇਹ ਧਨ ਦੇ ਵਿੱਚ ਵਡਿਆਈ ਨਹੀਂ ਹੈਗੀ। ਵਡਿਆਈ ਹੈਗੀ ਏ ਅਕਾਲ ਪੁਰਖ ਦੇ ਨਾਮ ਧਨ ਨੂੰ ਕਿੰਨਾ ਕਮਾ ਕੇ ਕਿੰਨਾ ਵਿਸਮਾਦ, ਤਾਂ ਉਧਰ ਹੈ। ਹੁਣ ਜਿਹੜੇ ਗੁਰਮੁਖ ਨਾਮ ਵਿੱਚ ਸਮਾਉਂਦੇ ਨੇ, ਨਾਮ ਵਿੱਚ ਸਮਾ ਕੇ ਦੇਖੋ ਕਿੱਥੋਂ ਕਿੱਥੋਂ ਖੰਡਾਂ ਬ੍ਰਹਿਮੰਡਾਂ ਦੀ ਸੈਰ ਕਰਦੇ ਨੇ, ਕਿਵੇਂ ਅੰਦਰ ਵਿਚਰਦੇ ਨੇ, ਰਸ ਆਉਂਦਾ, ਇੰਨੇ ਵਿਸਮਾਦ ਹੋ ਜਾਂਦੇ ਨੇ। ਕਿੰਨੀ ਮਾਲਕ ਅਕਾਲ ਪੁਰਖ ਆਤਮ ਰਾਮ ਉਹਨਾਂ ਨੂੰ ਪਿਆਰ ਕਰਦੇ ਨੇ। ਤੇ ਜਦੋਂ ਇੱਧਰ ਆ ਜਾਂਦੇ ਨੇ, ਇੱਧਰ ਆ ਕੇ ਉਹਨਾਂ ਦਾ ਫਿਰ ਦਿਲ ਨਹੀਂ ਲੱਗਦਾ। ਕਿਉਂ? ਉਹਨਾਂ ਨੂੰ ਹੁੰਦਾ ਵੀ ਵਿਛੋੜਾ ਪੈ ਗਿਆ। ਜਿੰਨੇ ਮਰਜ਼ੀ ਇੱਧਰ ਮਖਮਲੀ ਬੈੱਡ ਹੋਣ ਸਰੀਰ ਦੇ ਥੱਲੇ, ਲੱਖਾਂ ਕਰੋੜਾਂ ਦੀਆਂ ਕਾਰਾਂ ਹੋਣ, ਵੱਡੀਆਂ ਕੋਠੀਆਂ ਹੋਣ, ਉਹਨਾਂ ਨੂੰ ਇੰਨਾ ਪਰਾਇਆ ਲੱਗਦਾ ਵੀ ਇਹ ਕਿੱਥੇ ਆ ਗਏ। ਚਾਹੇ ਅਮੀਰੀ ਚਾਹੇ ਗਰੀਬੀ, ਹੈ ਤਾਂ ਮਾਇਆ ਹੀ ਹੈ। ਉਹ ਫਿਰ ਮਹਾਰਾਜ ਕਹਿੰਦੇ ਨੇ, ਸੋ ਧਨ ਮਿੱਤਰ ਨਾ ਕਾਂਢੀਐ, ਜਿਤ ਸਿਰ ਚੋਟਾਂ ਖਾਏ,
जिनके पल्लै धन वसै तिनका नाम फकीर जिनके हिरदे तू वसै ते नरगुणी गहीर। ਕਹਿੰਦੇ ਉਹ ਜਿਨ੍ਹਾਂ ਕੋਲ ਧਨ ਵਸਦਾ, ਇਕੱਲਾ ਧਨ ਹੀ ਹੈ, ਨਾਮ ਦਾ ਧਨ ਹੈ ਨਹੀਂ, ਉਹ ਤਾਂ ਫਕੀਰ ਨੇ। ਜਿਨ੍ਹਾਂ ਦੇ ਹਿਰਦੇ ਤੂੰ ਵਸਦਾ ਹੈ ਉਹ ਗੁਣੀ ਗਹੀਰ ਨੇ। ਸਾਡਾ ਸੁਭਾਅ ਹੈ, ਹੁਣ ਅੱਜ ਕੱਲ੍ਹ ਜਿਵੇਂ ਗੁਰਮੁਖ ਬੜੇ ਜਾਣਦੇ ਨੇ, ਤੁਸੀਂ ਕਥਾ ਵਿਚਾਰ ਸੁਣਦੇ ਹੋ, ਜਾਈ ਦਾ ਇਕੱਠ ਵੀ ਹੋ ਜਾਂਦਾ ਹੈ, ਪਰ ਜਦੋਂ ਇੱਥੇ ਪਿੰਡ ਆਈਦਾ ਹੈ, ਹੁਣ ਜਿਵੇਂ YouTube Facebook ਤੇ ਲਾਈਵ ਕਰਦੇ ਨੇ ਨਾ, ਤੇ ਇੱਥੇ ਸਾਡੇ ਪਿੰਡ ਵਾਲੇ ਇਲਾਕੇ ਵਾਲੇ ਲੋਕ ਵੀ ਦੇਖਦੇ ਆ। ਸਾਡੇ ਇਲਾਕੇ 'ਚ ਹਜੇ ਪ੍ਰਚਾਰ ਨਹੀਂ ਹੈਗਾ, ਪਰ ਅਸੀਂ ਜਦੋਂ ਪਿੰਡ ਆਈਦਾ ਤੇ ਇੱਥੇ ਆਮ ਹੀ ਜਿਵੇਂ ਜੋ ਸਾਡਾ ਪਹਿਲੋਂ ਸਾਦਾ ਜੀਵਨ ਸੀ ਉਸੇ ਤਰੀਕੇ ਹੀ ਆ। ਤੇ ਸਾਡੀ ਕੰਸਟਰਕਸ਼ਨ ਚੱਲਦੀ ਹੈ ਇੱਥੇ ਬਾਜ਼ਾਰ ਵਿੱਚ, ਕੋਈ ਮੋਟਰਸਾਈਕਲ ਤੇ ਕੰਮ ਚਲੇ ਜਾਈਦਾ, ਸਾਦੇ ਕੱਪੜੇ ਪਾ ਲਏ। ਉਹ ਕਈ ਵਾਰ ਸਾਨੂੰ ਦੁਕਾਨਾਂ ਵਾਲੇ ਜਾਂ ਸਾਡੇ ਸੰਗੀ ਸਾਥੀ ਟੋਕਦੇ ਨੇ, ਆਂਦੇ ਬਾਬਾ ਤੇਰਾ ਇੰਨਾ ਨਾਮ ਹੋ ਗਿਆ, ਲੱਗਦਾ ਹਜੇ ਤੂੰ ਛੋਟਾ ਬਾਬਾ ਹੈ, ਕੋਈ ਚੰਗੀ ਗੱਡੀ ਰੱਖਿਆ ਕਰ, 2-4 ਚੇਲੇ ਨਾਲ ਬਿਠਾਇਆ ਕਰ, ਫਿਰ ਤੂੰ ਆਇਆ, ਤੂੰ ਕਿਵੇਂ ਮੋਟਰਸਾਈਕਲ ਤੇ ਰੁਲਿਆ ਜਾਂ ਫਿਰਨਾ। ਤੇ ਉਹਨਾਂ ਨੂੰ ਆਖੀਦਾ ਵੀ ਅਸੀਂ ਤਾਂ ਬਾਬੇ ਹੈ ਹੀ ਨਹੀਂ। ਮੈਂ ਕਿਹਾ ਸਾਡਾ ਕਿਹੜਾ ਨਾਮ ਹੋਇਆ? ਨਹੀਂ ਅਸੀਂ ਤਾਂ ਵੇਖਦੇ ਹਾਂ ਬੜਾ ਇਕੱਠ ਹੋ ਜਾਂਦਾ ਹੈ, ਬੜਾ ਤੇਰਾ ਇਸ ਤਰ੍ਹਾਂ ਜ਼ਿਕਰ ਹੋਣ ਲੱਗ ਗਿਆ, ਬੜੇ ਸਾਨੂੰ ਕਹਿੰਦੇ ਨੇ, ਸਾਡੇ ਵੀ ਘਰ ਦੇ ਸੁਣਦੇ ਨੇ, ਪਰ ਹਜੇ ਵੱਡਾ ਬਾਬਾ ਨਹੀਂ ਬਣਿਆ, ਵੱਡੀ ਗੱਡੀ ਲੈ ਕੇ ਆ, ਵੱਡਾ ਸੋਹਣਾ ਜੀਵਨ ਬਣਾ। ਤੇ ਉਹ ਕੀ ਹੈ, ਉਹਨਾਂ ਦੇ ਮਨ ਦੇ ਵਿੱਚ ਅਨਾੜੀ ਸੰਤਾਂ ਨੇ ਫਿੱਟ ਕੀਤਾ ਹੋਇਆ ਬਈ ਜਿਹੜੇ ਬਾਬੇ ਹੁੰਦੇ ਨੇ ਉਹਨਾਂ ਦਾ ਤਾਂ ਜੀਵਨ ਬੜਾ ਰਾਜਿਆਂ ਵਰਗਾ ਹੁੰਦਾ। ਉਹ ਤਾਂ VIP ਪਰਸਨ ਹੁੰਦੇ ਨੇ, ਚੰਗੀਆਂ ਗੱਡੀਆਂ ਕਾਰਾਂ, ਉਹਨਾਂ ਕੋਲ ਬੜਾ ਪੈਸਾ ਹੋ ਜਾਂਦਾ ਹੈ ਬੜਾ, ਫਿਰ ਉਹ ਤਾਂ ਜੀ ਕਿਸੇ ਨੂੰ ਆਮ ਬੰਦੇ ਨੂੰ ਮਿਲਦੇ ਨਹੀਂ। ਹੁਣ ਜਿਹੜੀ ਸੰਗਤ ਵੀ ਆਉਂਦੀ ਹੈ ਉਹ ਕਹਿੰਦੇ ਵੀ ਅਸੀਂ ਪਹਿਲੀ ਵਾਰੀ ਕੁਛ ਚੁਣਿੰਦੇ ਗੁਰਮੁਖ ਬੜੇ ਵੇਖਿਆ, ਪਰ ਇਸ ਤਰ੍ਹਾਂ ਕੋਈ ਬਹਿ ਕੇ ਸਾਡੇ ਵਿੱਚ ਨਹੀਂ ਗੱਲਾਂ ਬਾਤਾਂ ਕਰਦਾ, ਇਸ ਤਰ੍ਹਾਂ ਕੋਈ ਇੰਨੀ ਵਡਿਆਈ ਵਾਲੀਆਂ ਗੱਲਾਂ ਜਿਹੜੀਆਂ ਮਾਲਕ ਦੀਆਂ ਦੱਸਦਾ ਨਹੀਂ। ਹੈਰਾਨ ਹੁੰਦੇ ਆ ਜੀਵ ਵੀ ਇਸ ਤਰ੍ਹਾਂ ਦਾ ਵੀ ਜੀਵਨ ਹੁੰਦਾ। ਪਰ ਇਹ ਫਲਸਫਾ ਗੁਰੂ ਨਾਨਕ ਦਾ ਹੈ। ਜਦੋਂ ਗੁਰੂ ਅੰਗਦ ਦੇਵ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਮਿਲਣ ਜਾਂਦੇ ਨੇ, ਉਹਨਾਂ ਨੂੰ ਪਹਿਚਾਣ ਨਹੀਂ ਸੀ, ਨਾਮ ਜ਼ਰੂਰ ਸੁਣਿਆ ਸੀਗਾ ਵੀ ਕੋਈ ਨਾਨਕ ਨਾਮ ਦੇ ਬਹੁਤ ਵੱਡੇ ਅਵਤਾਰੀ ਪੁਰਸ਼ ਹੋਏ ਨੇ, ਤੇ ਉਹ ਗੁਰੂ ਨਾਨਕ ਦੇਵ ਵੀ ਉਹਨਾਂ ਨੂੰ ਰਸਤੇ 'ਚ ਮਿਲ ਜਾਂਦੇ। ਉਹਨਾਂ ਨੂੰ ਪੁੱਛਦੇ ਨੇ ਵੀ ਇੱਥੇ ਨਾਨਕ ਨਾਮ ਦਾ ਇੱਕ ਬੜਾ ਵੱਡਾ ਅਵਤਾਰੀ ਪੁਰਸ਼ ਹੈ, ਫਕੀਰ ਹੈ, ਉਸ ਦਾ ਕਿੱਥੇ ਘਰ ਹੈ, ਕਿੱਥੇ ਉਹਨਾਂ ਦਾ ਨਿਵਾਸ ਹੈ? ਤੇ ਮਹਾਰਾਜ ਬੜੇ ਮੌਜੀ ਸੀਗੇ, ਉਹ ਆਪ ਉਹਨਾਂ ਨੇ ਖਤਮ ਕੀਤਾ ਸੀ। ਉਹ ਕਹਿੰਦੇ ਵੀ ਉਹਨਾਂ ਰਸਤਾ ਦੱਸਤਾ ਵੀ ਸਿੱਧੇ ਜਾ ਕੇ ਇੱਧਰ ਨੂੰ ਹੋ ਜਾਓ। ਜਦੋਂ ਥੋੜੇ ਸਮੇਂ ਬਾਅਦ ਆਪ ਕਾਰਜ ਕੋ ਕਰਕੇ ਆਏ, ਕਹਿੰਦੇ ਹਾਂਜੀ ਦੱਸੋ ਜੀ। ਤੇ ਉਹ ਕਹਿੰਦੇ ਤੁਸੀਂ ਤਾਂ ਸਾਨੂੰ ਰਸਤੇ 'ਚ ਮਿਲੇ ਸੀ, ਤੁਸੀਂ ਉਦੋਂ ਦੱਸਿਆ ਹੀ ਨਹੀਂਗਾ। ਇੰਨਾ ਸਾਦਗੀ ਵਾਲਾ ਜੀ। ਜੇ ਚੌਥੇ ਪਾਤਸ਼ਾਹ ਨੂੰ ਕੰਧਾਰ ਤੋਂ ਸੰਗਤ, ਕਾਬਲ ਕੰਧਾਰ ਤੋਂ ਸੰਗਤ ਮਿਲਣ ਆਉਂਦੀ ਹੈ, ਸੰਗਤ ਪਹਿਲੀ ਵਾਰੀ ਆਈ, ਜੋੜੇ ਲਾ ਕੇ ਅੰਦਰ ਬੈਠ ਜਾਂਦੇ। ਉਹ ਕਹਿੰਦੇ ਤੁਹਾਡੇ ਗੁਰੂ ਸਾਹਿਬ ਕਿੱਥੇ ਆ? ਵੀ ਅਸੀਂ ਤਾਂ ਬੜਾ ਨਾਮ ਉਹਨਾਂ ਦਾ ਜਸ ਸੁਣਿਆ। ਉਹ ਕਹਿੰਦੇ ਉਹ ਤਾਂ ਜੀ ਉਹ ਜੋੜਾ ਘਰ ਦੇ ਵਿੱਚ ਖੜੇ ਆ, ਉੱਥੇ ਸਾਰੇ ਗੁਰਮੁਖਾਂ ਨੂੰ ਅਟੈਂਡ ਕਰ ਰਹੇ ਨੇ ਤੇ ਨਾਲੇ ਸੰਗਤ ਦਾ ਜਿਹੜੀ ਹੈ ਸੇਵਾ ਚੱਕਰੀ ਕਰ ਰਹੇ ਨੇ। ਤੇ ਇਸ ਤਰ੍ਹਾਂ ਦੇ ਸੀ ਸਾਡੇ ਗੁਰੂ ਸਾਹਿਬ ਤਾਂ, ਅਸੀਂ ਵੀ ਉਸੇ ਤਰੀਕੇ ਦਾ ਬਣਨਾ। ਤੇ ਜੇ ਆਪਾਂ ਹੁਣ ਜੇ ਸਾਨੂੰ 4 ਜੀਵ ਸੁਣਦੇ ਨੇ, ਸੁਣਦੇ ਤਾਂ ਮਾਲਕ ਦੇ ਨਾਮ ਦੀ ਵਡਿਆਈ ਨੂੰ ਨੇ, ਸਾਨੂੰ ਕੌਣ ਸੁਣਦਾ? ਨਾਮ ਦੀ ਵਡਿਆਈ ਸੁਣਦੇ ਤੇ ਉਸੇ ਦਾ ਜਸ ਹੈ। ਤੇ ਇਸੇ ਤਰੀਕੇ ਅਸੀਂ ਸਾਦਗੀ ਵਾਲਾ ਜੀਵਨ ਕਰਨਾ ਹੈ, ਕਿਉਂਕਿ ਜਿੰਨੇ ਤੁਸੀਂ ਸਾਦੇ ਰਹੋਗੇ, ਦੁਨਿਆਵੀ ਲੋਕਾਚਾਰੀ ਦੇ ਵਿੱਚ ਆ ਕੇ ਜੇ ਤੁਸੀਂ ਕਰੋਗੇ। ਹੁਣ ਭਗਤਾਂ ਨੇ ਦੇਖੋ, ਰਵਿਦਾਸ ਜੀ ਦੇ ਕੋਲ ਕਿੱਡਾ ਖਜ਼ਾਨਾ, ਪਰ ਜੁੱਤੀਆਂ ਗੰਢਦੇ ਰਹੇ। ਕਬੀਰ ਜੀ ਦੇ ਕੋਲ ਕਿੱਡਾ ਖਜ਼ਾਨਾ, ਪਰ ਖੱਡੀ ਉਣਦੇ ਰਹੇ। ਉਹਨਾਂ ਨੇ ਨਾ ਕਿਹਾ, ਪਰ ਜਦੋਂ ਕਬੀਰ ਸਾਹਿਬ ਦਾ ਬੱਚਾ ਅੱਗੋਂ ਉਸ ਲਹਿਜੇ 'ਚ ਨਹੀਂ ਚੱਲਿਆ, ਉਹਨਾਂ ਸ਼ਬਦ ਲਿਖ ਦਿੱਤਾ, ਬੁੱਢਾ ਬੰਸ ਕਬੀਰ ਕਾ ਉਪਜਿਓ ਪੂਤ ਕਮਾਲ, ਹਰ ਕਾ ਸਿਮਰਨ ਛੱਡ ਕੇ ਘਰ ਲੈ ਆਇਆ ਵਾਲ। ਕਮਾਲ ਤੇ ਕਮਾਲੀ, ਕਮਾਲ ਮੁੰਡੇ ਦਾ ਨਾਂ ਸੀ, ਕਮਾਲੀ ਲੜਕੀ ਦਾ ਨਾਮ ਸੀ। ਬੱਚਾ ਨਹੀਂ ਉਸ ਲਾਈਨ ਤੇ ਚੱਲਿਆ, ਤੇ ਕਹਿੰਦੇ ਆਪ ਦਾ ਵੰਸ਼ ਡੋਬਿਆ ਉਹਨੇ ਬੱਚੇ ਨੇ। ਤੇ ਕਹਿੰਦੇ ਹਰ ਕਾ ਸਿਮਰਨ ਛੱਡ ਕੇ ਘਰ ਲੈ ਆਇਆ ਮਾਲ। ਤ੍ਰੈਗੁਣੀ ਮਾਲ ਨੂੰ ਪਿਆਰ ਕਰਨ ਲੱਗ ਗਿਆ, ਸਿਮਰਨ ਛੱਡ ਗਿਆ। ਕਿਉਂਕਿ ਕਬੀਰ ਸਾਹਿਬ ਬਾਅਦ ਆਪਾਂ ਸੁਣਦੇ ਹਾਂ ਵੀ ਉਹਨਾਂ ਦੇ ਬੱਚਾ ਨਹੀਂ ਸੀ, ਅੱਖ ਲੱਗਿਆ। ਅੱਗੇ ਫਿਰ ਗਾਂ ਜਿਹੜੇ ਗੁਰਮੁਖ ਸੀਗੇ ਕੋ ਤੁਹਾਡੇ ਵਰਗੇ ਕਮਾਈ ਵਾਲੇ, ਉਹਨਾਂ ਨੇ ਸੰਭਾਲੀ। ਇਹ ਕੋਈ ਪਤਾ ਨਹੀਂ ਹੁੰਦਾ ਵੀ ਕਿੱਥੇ ਕੀ ਖੇਲ ਚੱਲਣਾ। ਤੇ ਇਸੇ ਤਰੀਕੇ ਜਿਹੜਾ ਮਤਲਬ ਆਪਾਂ ਬੜੀ ਸਹਿਜ ਦੇ ਵਿੱਚ ਚੱਲਣਾ ਹੁੰਦਾ ਹੈ। ਉਹ ਫਿਰ ਜਦੋਂ ਗੁਰਮੁਖਾਂ ਦੇ ਕੋਲ ਭੀੜਾਂ ਪੈਣ ਲੱਗ ਗਈਆਂ, ਸੰਗਤ ਆ ਹੀ ਇੰਨੀ ਗਈ, ਫਿਰ ਅਖੀਰ ਵਿੱਚ ਜਾ ਕੇ ਉਹਨਾਂ ਨੇ ਆਪਦਾ ਜੋ ਖੱਡੀ ਦਾ ਚਮੜੇ ਦਾ ਕੰਮ ਸੀ ਜਾਂ ਨਾਮਦੇਵ ਜੀ ਦਾ ਕੱਪੜਾ, ਉਹਨਾਂ ਨੇ ਛੱਡਤਾ। ਕਿਉਂਕਿ ਜਸ ਇੰਨਾ ਹੋ ਗਿਆ, ਸੰਗਤ ਇੰਨੀ ਆਉਣ ਲੱਗ ਗਈ, ਤੇ ਉਹ ਗੁਰਮੁਖਾਂ ਨੇ ਆਪੇ ਆ ਕੇ ਹੱਥਾਂ ਤੇ ਹੀ ਚੁੱਕ ਲਿਆ। ਉਹ ਆਦੇ ਜੀ ਛੱਡੋ ਤ੍ਰੈਗੁਣੀ ਕੀਰਤਨ, ਤੁਹਾਨੂੰ ਕੀ ਲੋੜ ਹੈ? ਫਿਰ ਉਹਨਾਂ ਮਾਲਕ ਨੂੰ ਬੇਨਤੀ ਕੀਤੀ ਵੀ ਹੁਣ ਤਾਂ ਤੇਰੇ ਲਾਲੇ ਗੋਲੇ ਚੱਕਰ ਬਣ ਗਏ ਆ, ਵੀ ਹੁਣ ਮਨ ਦਾ ਸਾਂਭੇ, ਹੁਣ ਤਨ ਦਾ ਵੀ ਤੂੰ ਸਾਂਭ। ਉਸ ਅਵਸਥਾ ਦੇ ਵਿੱਚ ਜਾ, ਪਰ ਉਹਨਾਂ ਆਪ ਨਹੀਂ। ਜਿਵੇਂ ਅੱਜ ਇੱਕ ਟਰੈਂਡ ਹੈ, ਜੇ ਨਾਮ ਜਸ ਕਰਨਾ ਹੈ ਪਹਿਲਾਂ ਇੱਕ ਡੇਰਾ ਬਣਾਓ, ਚੰਗੀਆਂ ਗੱਡੀਆਂ ਲਿਆਓ, ਹੋਰ ਕਰੋ।
ਫਿਰ ਤੁਸੀਂ 10-15 ਕੋ ਦਿਹਾੜੀ ਤੇ ਨਾਲ ਬੰਦੇ ਰੱਖ ਲਓ। ਮੈਂ ਇੱਕ ਦਿਨ ਹੈਰਾਨ ਹੋਇਆ, ਕਿਸੇ ਕੋ ਸਾਡੇ ਪਿਆਰ ਵਾਲੇ ਗੁਰਮੁਖ ਨੇ, ਉਹ ਬੜੇ ਸੰਤਾਂ ਸਾਧੂਆਂ ਨਾਲ ਰਹੇ ਹੋਏ। ਮੈਂ ਕਿਹਾ ਵੀ ਇੰਨੇ ਗੁਰਮੁਖ ਇਹ ਨਾਮ ਤਾਂ ਜਪਾਉਂਦੇ ਨਹੀਂ, ਜਾਂ ਭੇਤ ਤਾਂ ਦਿੰਦੇ ਨਹੀਂ, ਕਿਵੇਂ ਨਾਲ ਰਹਿੰਦੇ ਆ? ਉਹ ਕਹਿੰਦੇ ਵਾਹਿਗੁਰੂ ਜੀ ਇਹ ਦਿਹਾੜੀ ਤੇ ਨੇ ਸਾਰੇ, ਆ ਜਿੰਨੇ ਇਹਨਾਂ ਦੇ ਨਾਲ ਟੀਮ ਹੁੰਦੀ ਨਾ। ਮੈਂ ਬੜਾ ਹੈਰਾਨ ਹੋਇਆ ਵੀ ਜਿਹੜੇ ਤਬਲੇ ਵਾਲੇ ਨੇ ਇਹਨਾਂ ਦਾ ਪਤਾ ਨਹੀਂ, ਕਹਿੰਦਾ 300 ਰੁਪਈਆ, ਤੇ ਜਿਹੜੇ ਚਿਮਟੇ ਵਾਲੇ ਨੇ ਉਹਨਾਂ ਦਾ ਲਾਗੇ, ਤੇ ਕੀਰਤਨ ਕਰਨ ਵਾਲੇ ਇਹ ਸਾਰੇ ਦਿਹਾੜੀ ਤੇ ਨੇ। ਕਹਿੰਦਾ ਜਦੋਂ ਬਾਬਿਆਂ ਨੇ ਜਾਣਾ ਹੁੰਦਾ, ਕਹਿੰਦਾ ਤੇ ਦਿਹਾੜੀ ਵਾਲੇ ਭਰ ਲੈਂਦੇ ਨੇ ਵਿੱਚ। ਕਹਿੰਦੇ ਸਪੈਸ਼ਲ ਮਿਲ ਜਾਂਦੇ ਨੇ ਵੀ, ਜਿਵੇਂ ਕਿਸੇ ਨੇ ਜਾਣਾ ਹੈ ਨਾ, ਇਹ ਬਾਬਿਆਂ ਨੇ ਰੱਖੇ ਹੁੰਦੇ ਨੇ, ਜਿਵੇਂ ਆਪਾਂ ਠੇਕੇਦਾਰ ਨੇ ਇੱਥੇ ਫੌਜ ਨਹੀਂ ਰੱਖੀ ਹੁੰਦੀ ਦਿਹਾੜੀਆਂ ਵਾਲੀ, ਤੇ ਇਹ ਕਹਿੰਦਾ ਵੀ ਜਿਵੇਂ ਇੱਕ ਅੱਧੇ ਬਾਬੇ ਨੇ ਜਿਵੇਂ ਉਧਰ ਜਾਣਾ, ਫਿਰ ਉਹਨੂੰ ਫੋਨ ਮਾਰ ਲੈਂਦਾ, ਯਾਰ 10 ਕੁ ਬੰਦੇ ਚਾਹੀਦੇ ਨੇ, ਮੈਂ ਉਧਰ ਦੀਵਾਨ ਲਾਣ ਜਾਣਾ। ਉਹ ਫਿਰ ਅਸੀਂ ਥੋੜੇ ਦਿਨ ਬਾਅਦ ਪ੍ਰਤਾਖੀ ਹੋ ਗਿਆ, ਸਾਡੇ ਕੋਲ ਕੋਈ ਐਸਾ ਆਉਂਦਾ ਸੀਗਾ ਨਾ, ਉਹ ਵੀ ਵਿਚਾਰਾ ਚਲੋ ਉਹਨੂੰ ਭੇਤ ਬੜਾ ਦੇਣ ਦੀ ਕੋਸ਼ਿਸ਼ ਕੀਤੀ, ਨਹੀਂ ਉਹੀ ਬੰਦਾ ਉਹਦੇ ਨਾਲ। ਤੇ ਥੋੜੇ ਕੁ ਦਿਨ ਬਾਅਦ ਅਸੀਂ ਨੈਟ ਤੇ ਵੇਖਿਆ ਉਹੀ ਬੰਦੇ ਦੂਜੇ ਉਹਦੇ ਨਾਲ, ਤੇ ਮੈਂ ਹਿਸਾਬ ਲਾਇਆ। ਪਹਿਲਾਂ ਮੈਂ ਸੋਚਿਆ, ਮੈਂ ਕਿਹਾ ਅੱਛਾ ਪਹਿਲਾਂ ਉਹਦੇ ਨਾਲ ਸੀ ਬੰਦੇ ਉਹਦੇ ਨਾਲ, ਫਿਰ ਮੈਂ ਹਿਸਾਬ ਲਾਇਆ ਵੀ ਇਹ ਤਾਂ ਦੱਸਦਾ ਸੀ ਆਪਣਾ ਗੁਰਮੁਖ ਤਜਿੰਦਰ ਸਿੰਘ ਬਈ ਇਹਦਾ ਦਿਹਾੜੀ ਵਾਲੇ ਨੇ। ਮੈਂ ਕਿਹਾ ਉਹਨੇ ਉਹ ਦਿਹਾੜੀ ਤੇ ਲੈ ਕੇ ਆਉਣਾ, ਉਹਦੇ ਆਹ ਹਾਲ ਹੈ। ਤੇ ਸੰਗਤ ਨੂੰ ਵੇਖੋ ਕਿੱਡਾ ਭਰਮ ਹੈ, ਸੰਗਤ ਆਖਦੀ ਵੀ ਬਾਬਾ ਜੀ ਪਿੱਛੇ ਕਿੰਨੇ ਬੰਦੇ ਨੇ, ਤੇ ਇਹ ਸਾਰਾ ਦਿਹਾੜੀ ਸਿਸਟਮ ਚੱਲਦਾ। ਇਹ ਨਾ ਉਹ ਬਣਾਇਆ ਹੋਇਆ ਆਪਣਾ, ਕੀ ਉਹ ਕਹਿੰਦੇ ਜੰਜਾਲ, ਇੱਕ ਮਾਇਆ ਦਾ ਜੰਜਾਲ ਹੈ। ਹੁਣ ਤੁਸੀਂ ਤਾਂ ਸੁਣਦੇ ਪਏ, ਤੁਹਾਨੂੰ ਮੈਂ ਦੱਸਤਾ, ਕਿਸੇ ਨੂੰ ਭਾਵੇਂ ਪੁੱਛ ਵੀ ਲਿਆ ਜੀ। ਕੁਛ ਹੈਗੀਆਂ ਨੇ ਸੰਸਥਾਵਾਂ ਜਾਂ ਵਿਦਿਆਲਿਆ ਜਿੱਥੇ ਕੋਈ ਕੀਰਤਨ ਸਿਖਾਉਂਦੇ ਨੇ ਜਾਂ ਕੋਈ ਸੰਥਿਆ ਦਿੰਦੇ ਨੇ, ਉੱਥੇ ਕੋਈ ਸੰਗਤ ਦਿਲ ਕਰਕੇ ਨਾਲ ਜੁੜੀ ਹੋਈ ਹੈ, ਪਰ ਬਹੁਤ ਇਸ ਤਰ੍ਹਾਂ ਦਿਹਾੜੀ ਸਿਸਟਮ ਹੀ ਚੱਲਦਾ। ਤੇ ਕਰਨਾ ਕੀ ਇਹਨਾਂ ਨੇ ਹੁੰਦਾ ਵੀ ਉੱਥੇ ਜਾ ਕੇ ਤੇ ਚਿੱਟੇ ਤੌਲੀਏ ਵਿਛਾ ਕੇ ਬਦਾਮ ਖਾਣੇ ਨੇ, ਉਦੋਂ ਬਾਅਦ ਨਾ ਉੱਥੇ ਕੋਈ ਨਾਮ ਜਪਾਉਣਾ, ਨਾ ਨਾਮ ਦਾ ਭੇਜ ਦੇਣਾ, ਤੇ 10-20 ਹਜ਼ਾਰ ਚਰਨ ਪਵਾਈ। ਤੇ ਚਰਨ ਤਾਂ ਅਗਲੇ ਦੇ ਜਦੋਂ 21,000 ਰੁਪਇਆ 31,000 ਦੀ ਪਰਚੀ ਕਟਾਤੀ, ਤੇ ਅਗਲਾ ਆਪੇ ਨਾ ਕਹੂਗਾ ਵੀ ਹਾਂ ਜੀ ਠੀਕ ਹੈ। ਜਦੋਂ ਡਾਕਟਰ ਮਹਿੰਗੀਆਂ ਦਵਾਈਆਂ ਲਿਖਦਾ ਹੈ, ਅੱਧਾ ਕਿਤਾਬ ਆਪੇ ਹੀ ਕਹਿ ਦਿੰਦੇ ਨਾ ਹੁਣ ਠੀਕ ਹੈ, ਅੱਗੇ ਨਾਲੋਂ ਦਰਦ ਉਨੀ ਨਹੀਂ ਉਨੀ ਦਰਦ ਨਹੀਂ ਹੈਗੀ। 2-4 ਵਾਰੀ ਮਹਿੰਗੀ ਪਰਚੀ ਜਦੋਂ ਜਦੋਂ ਬਾਬਿਆਂ ਨੇ 2-4 ਵਾਰੀ 21,000 31,000 ਲਿਆ, ਅਗਲਾ ਆਪੇ ਕਹਿੰਦਾ ਨਾ ਜੀ ਸ਼ਾਂਤੀ ਹੋਣਾ ਅੱਗੇ ਨਾਲੋਂ। ਤੇ ਕੀ ਹੱਲਣਾ ਹੀ ਆ, ਮੂੰਹ ਹੀ ਹੱਲਣਾ। ਕਹਿੰਦਾ ਕੀ ਕਰਦੇ ਨੇ? 10 ਪਾਠ ਕਰਦੇ, 21 ਕਰ ਦਿਓ। ਹਾਂ ਅਗਲੀ ਵਾਰੀ ਬਾਬਾ ਜੀ ਰਾਮ ਨੇ 51 ਕਰ ਦਿਓ। ਤੇ ਜਦੋਂ ਹੁਣ ਅਗਲੇ ਨੇ 51 ਕਰਨੇ ਨੇ, ਉਹ 3 ਵਜੇ ਉੱਠੇਗਾ, 2:30 ਵਜੇ ਉੱਠੇਗਾ, ਤੇ 51 ਪੂਰੇ ਹੋਣੇ ਨੇ। ਥੋੜੇ ਦਿਨ ਬਾਅਦ ਅਗਲਾ ਆਪੇ ਡਰ ਕੇ ਜਾਣਾ ਹੀ ਛੱਡ ਦਿੰਦਾ। ਬਾਬਾ ਜੀ ਦਾ ਕੀ ਲੱਗਾ, ਭੇਤ ਨਹੀਂ ਦੇਣਾ। ਜੇ ਭੇਤ ਦੇਣਗੇ ਉਹਨਾਂ ਕੋਲ ਹੈ ਹੀ ਨਹੀਂ। ਇਸੇ ਕਰਕੇ ਇਹ ਸਾਰਾ ਡੁੱਬਾ, ਸਭ ਸੰਸਾਰ, ਸਾਰਾ ਸੰਸਾਰ ਡੁੱਬਿਆ ਪਿਆ। ਤੇ ਮੈਂ ਕਿਹਾ ਵੀ ਆਪਾਂ ਤਾਂ ਭਾਈ ਚੰਗੇ ਆ, ਨਾ ਸਾਨੂੰ ਦਿਹਾੜੀਏ ਕਰਨ ਦੀ ਲੋੜ ਹੈ, ਨਾ ਸਾਡਾ ਕੋਈ ਡੇਰਾ ਹੈ। ਸਾਡਾ ਤਾਂ ਇੱਕ ਕਮਰਾ ਸੀ ਜਿੱਥੇ ਅਸੀਂ ਨਾਮ ਜਪਦੇ ਸਾਂ। ਮੀਂਹ ਆਇਆ ਉਹਦੇ ਵੀ ਬਾਲੇ ਡਿੱਗ ਪਏ ਨੇ। ਆ ਹੁਣ 2-4 ਦਿਨਾਂ ਨੂੰ ਅਸੀਂ ਰਲ ਕੇ ਤੇ ਉਹ ਬਾਲੇ ਪਾਉਣੇ ਆਉਂਦੇ। ਸਾਡਾ ਤਾਂ ਕੋਈ ਡੇਰਾ ਨਹੀਂ। ਉਹ ਇੱਥੇ ਆਮ ਜਿਹੜੇ ਜੀਵ ਈਰਖਾ ਹਰੇਕ ਪਾਸੇ ਹੁੰਦੀ ਹੈ। ਸਾਡੇ ਈਰਖਾ ਕਰਨ ਵਾਲੇ ਕਹਿੰਦੇ ਆ ਵੀ ਬੜੀ ਸੰਗਤ 'ਚ ਕਹਿੰਦੇ ਜੀ ਉਹਨੇ ਤਾਂ ਬੜਾ ਵੱਡਾ ਡੇਰਾ ਬਣਾਇਆ, ਉੱਥੇ ਬੰਦੇ ਬੜੇ ਇਕੱਠ ਹੁੰਦਾ। ਤੇ ਮੈਂ ਕਰੀ ਤਾਂ ਵੀਡੀਓ ਪਾਉਣ ਲੱਗਾ ਹਾਂ, ਮੈਂ ਕਿਹਾ ਵੇਖ ਲਓ ਸਾਡੇ ਤਾਂ ਜਿਹੜਾ ਕੋਈ ਛੋਟਾ ਜਿਹਾ ਕਮਰਾ ਸੀ, ਉੱਥੇ ਬਹਿ ਕੇ 50-60 ਸਰੀਰ ਹੈਗਾ, ਅਸੀਂ ਨਾਮ ਜਪ ਲੈਂਦੇ ਹਾਂ। ਤੇ ਉਹ ਵੀ ਆ ਹੁਣ ਮੀਂਹ ਬੜੇ ਆਏ ਐਤਕੀ ਦੇ। ਮੈਂ ਕੱਲ ਆ ਕੇ ਦੇਖਿਆ ਤੇ ਉੱਤੋਂ ਥੱਲੋਂ ਸਿੱਧਾ ਅਸਮਾਨ ਤੱਤ ਵੇਖਦਾ ਸੀਗਾ ਬਹਿ ਕੇ ਸਿੱਧਾ ਉੱਤੇ। ਮੈਂ ਕਿਹਾ ਵੀ ਆ ਖਾਲੀ ਗਲਾ ਬਾਬਾ ਤੇ ਕਹਿੰਦਾ ਵੀ ਖਾਲੀ ਗਲਾ 'ਚ ਬੜਾ ਧਿਆਨ ਲਵਾਦੇ ਨੇ, ਥੱਲੋਂ ਬਹਿ ਕੇ ਸਿੱਧਾ ਉੱਪਰ ਨੂੰ ਵੇਖਣ ਕਰਨਗੇ। ਮੀਂਹ 'ਚ ਰੁਕ ਜਾਂਦੇ ਨੇ, ਉਹ ਆਪਾਂ ਕਰਨੇ ਆ। ਸੋ ਇਹਨਾਂ ਵਡਿਆਈਆਂ 'ਚ ਕੁਛ ਨਹੀਂ। ਆਪਾਂ ਅੱਜ ਸਰੀਰ ਛੱਡ ਜਾਵਾਂਗੇ, ਜਿਹੜੀ ਕਿਰਤ ਦਿੱਤੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕੀਤੀ ਹੈ, ਤੇ ਕੀ ਜਿਹੜਾ ਨਾਮ ਧਨ ਦੇ ਸਵਾਸ ਨੇ ਉਹ ਚੈੱਕ ਹੋਣੇ ਨੇ। ਨਾ ਸਾਡੇ ਇੱਥੇ ਚੈੱਕ ਹੋਣਾ ਵੀ ਲੈਂਟਰ ਕਿੰਨੇ ਕੁ ਪਾਏ ਨੇ, ਕਿੰਨੇ ਕੁ ਤੁਸੀਂ ਵੱਡੇ ਵੱਡੇ ਤੇ ਜੇ ਦਿਹਾੜੀ ਤੇ ਬੰਦੇ ਬਿਠਾ ਕੇ ਤੇ ਲੋਕਾਚਾਰੀ ਨੂੰ ਵਿਖਾਉਣਾ ਤੁਸੀਂ, ਓਏ ਹੋਏ, ਤੇ ਕਿੰਨਾ ਤੁਸੀਂ ਰੱਬ ਦੇ ਕੋਲੋਂ ਲਾਹਨਤਾਂ ਖੱਟੋਗੇ। ਦਿਹਾੜੀਏ ਤੁਸੀਂ ਇਕੱਠੇ ਕੀਤੀ ਫਿਰਦੇ, ਤੇ ਫਿਰ ਕੀ ਹੋਏ? ਕਲਾਕਾਰ ਹੀ ਨੇ। ਜਿਹੇ ਜਿਹਾ ਆਪਣੇ ਆ ਬਿੰਦ ਰਖੀਏ ਤੇ ਸਰਦੂਲ ਸਿਕੰਦਰ ਹੋਣੀ ਸੀ, ਇਹ ਵੀ ਦਿਹਾੜੀ ਤੇ ਬੰਦੇ ਕਰਕੇ ਖਾੜਾ ਲਾਉਂਦੇ ਸੀ, ਤੇ ਖਾੜਾ ਹੀ ਲਾਉਂਦੇ ਨੇ। ਜਿਹੜੇ ਇਹੋ ਜਿਹੇ ਬੰਦੇ ਨੇ ਦਿਹਾੜੀ ਤੇ ਕਰਕੇ ਲੈ ਜਾਂਦੇ ਨੇ ਬਈ ਇੱਕ ਸਾਡਾ ਇਕੱਠ ਵਿਖੇ, ਤੇ ਅਗਾਂਹ ਭੋਲੀ ਸੰਗਤ, ਉਹ ਕਹਿੰਦੇ ਬਾਬਾ ਜੀ ਦੀ ਅਵਸਥਾ ਬਹੁਤ। ਉਹ ਭਾਈ ਬਚੋ ਇਹਨਾਂ ਤੋਂ, ਬੜੇ ਠੱਗ ਨੇ, ਬਹੁਤ ਠੱਗ ਨੇ, ਬਹੁਤ ਠੱਗ ਨੇ। ਸਿੱਖੀ, ਹਿੰਦੁਸਤਾਨ, ਹਿੰਦੂਆਂ 'ਚ, ਮੁਸਲਮਾਨਾਂ 'ਚ ਇਹਨਾਂ ਦਾ ਕੋਈ ਮਾਣ ਨਹੀਂ। ਇਹ ਸਾਰੇ ਠੱਗ ਬੜੇ ਹੋਏ ਨੇ। ਬਚ ਜਾਓ, ਮੈਂ ਕਹਿੰਦਾ ਕਿਸੇ ਐਸਿਆਂ ਦੇ ਫਸ ਨਾ ਜਾਇਓ। ਆਪ ਦੇ ਸੰਤ, ਆਪ ਦੇ ਮਹਾਂਪੁਰਸ਼ ਆਪ ਬਣੋ, ਗੁਰਬਾਣੀ ਗੁਰੂ ਤੋਂ ਭੇਤ ਲਓ, ਬਚ ਜਾਓ। ਬਹੁਤ ਕਾਲਾ ਬਾਜ਼ਾਰੀ ਚੱਲਦੀ ਪਈ ਹੈ, ਕੁਛ ਨਹੀਂ ਹੈਗਾ, ਸਭ ਪੈਸੇ ਦਾ ਸਿਸਟਮ ਹੈ। ਇੱਕ ਗੁਰਮੁਖ ਦੱਸਦਾ ਸੀ, ਬਾਬਿਆਂ ਨੇ ਕਹਿੰਦਾ ਗੱਡੀਆਂ ਲਾਈਆਂ ਹੋਈਆਂ, ਜਿਵੇਂ ਬਾਬਿਆਂ ਦਾ ਨਾਮ ਚੱਲਦਾ। ਉਹ ਵੀ ਸਾਡਾ ਭਾਈ ਖਾਸ ਹੀ ਹੈ, ਕਹਿੰਦਾ ਬਾਬਿਆਂ ਨੇ ਗੱਡੀਆਂ ਲਾਈਆਂ ਨੇ, ਜਿਵੇਂ ਹੁਣ ਕਿਸੇ ਬਾਬਾ ਜੀ ਦਾ ਨਾਮ ਵਧੀਆ, ਉਹਨਾਂ ਆਪ ਦੀਆਂ ਗੱਡੀਆਂ, ਜਿਸ ਤਰ੍ਹਾਂ ਆਹ ਨਹੀਂ ਹੁੰਦੇ ਲਾਉਣ ਵਾਲੀਆਂ ਗੱਡੀਆਂ ਦੇ ਚੱਕਣ ਵਾਲੇ ਹੁੰਦੇ ਆ,
ਬਾਉਂਸਰ ਨਹੀਂ ਹੁੰਦੇ ਜਿਹੜੇ ਲਾਉਣ ਵਾਲੇ, ਜਿਵੇਂ ਕਈ ਲਾਉਣ ਦੀਆਂ ਕਿਸ਼ਤਾਂ ਟੁੱਟ ਜਾਂਦੀਆਂ ਨੇ ਤੇ ਕੰਪਨੀਆਂ ਨੇ ਉਹ ਬਾਉਂਸਰ ਨੂੰ ਫਿਰ ਉਹ ਗੱਡੀਆਂ ਨੰਬਰ ਲਿਖਾ ਦਿੰਦੇ ਨੇ, ਉਹ ਫਿਰ ਚੱਕ ਕੇ ਲਿਆਉਂਦੇ ਨੇ। ਇਸ ਤਰ੍ਹਾਂ ਧੜੇ ਨੇ, ਉਹ ਗੁਰਮੁਖ ਸਾਡਾ ਕਹਿੰਦਾ ਸੀਗਾ ਬਈ ਬਾਬਿਆਂ ਨੇ ਆਪ ਦੀਆਂ ਗੱਡੀਆਂ ਉਹਨਾਂ ਨੂੰ ਦਿੱਤੀਆਂ ਹੋਈਆਂ ਨੇ, ਬਈ ਨਾਮ ਸਾਡਾ, ਗੁਰਦੁਆਰਾ ਸਾਡਾ, ਤੁਸੀਂ ਅਗਰਾਈ ਇਕੱਠੇ ਕਰਕੇ ਲਿਆਓ ਸਾਡੇ ਨਾਮ ਤੇ। ਉਹਨਾਂ ਨੇ ਅੱਗੋਂ ਕੀ ਹੈ ਵੀ ਉਹ ਕਹਿੰਦੇ ਨੇ ਵੀ ਤੁਹਾਡੀ ਨਾਮ ਤੇ ਭਾਵੇਂ ਲੱਖ ਹੋਵੇ ਭਾਵੇਂ ਕੱਖ ਹੋਵੇ, ਵੀ 50,000 ਰੁਪਇਆ ਮਹੀਨਾ ਅਸੀਂ ਤੁਹਾਨੂੰ ਦਿਆਂਗੇ, ਤੁਹਾਡੇ ਨਾਮ ਤੇ ਗਰਾਈ ਇਕੱਠੀ ਕਰਾਂਗੇ। ਹੁਣ ਅੱਗੋਂ ਚਾਹੇ ਗਰਾਈ ਲੱਖ ਰੁਪਈਆ ਹੋ ਜੇ ਚਾਹੇ 2 ਲੱਖ ਹੋ ਜੇ, ਜਿਵੇਂ ਆ ਤੇਲ ਪਾਣੀ ਕਣਕ ਇਸ ਤਰ੍ਹਾਂ ਕਰਦੇ ਨੇ, ਸਿਸਟਮ ਚੱਲਦਾ ਸਾਰੇ ਲਗਭਗ। ਉਹ ਕਹਿੰਦਾ ਸੀ ਸਾਰੀਆਂ ਸੰਸਥਾਵਾਂ ਦਾ ਹੀ, ਕੁਛ ਬਚੇ ਵੀ ਹੋ ਸਕਦੇ। ਜਿਵੇਂ ਹੁਣ ਮੰਨ ਲਓ ਮੇਰੀ ਜਾਣ ਪਛਾਣ ਚੰਗੀ ਹੋ ਗਈ, ਮੇਰੇ ਨਾਮ ਦੀਆਂ ਗੱਡੀਆਂ ਲੈ ਕੇ ਉੱਥੋਂ ਇਕੱਠੀ ਕਰ ਲੈਣਗੇ ਹਰਿਆਣੇ ਪੰਜਾਬ ਯੂਪੀ ਚੋਂ ਜਾ ਕੇ ਗਰਾਈ, ਵੀ ਬਾਬਾ ਜੀ ਦੇ ਉੱਥੇ ਸਥਾਨ ਤੇ ਸੇਵਾ ਚੱਲਦੀ ਫਲਾਣਾ ਚੱਲਦਾ। ਬਾਬਿਆਂ ਨਾਲ ਖੋਲ ਕੀਤੀ ਵੀ ਤੈਨੂੰ 50,000 ਤੇਰਾ ਮਿਲ ਜਾਣਾ, ਤੇਰੇ ਨਾਮ ਤੇ ਚਾਹੇ ਅਸੀਂ 2.5 ਲੱਖ ਇਕੱਠਾ ਕਰੀਏ। ਬਾਬਾ 50,000 ਚ ਸੰਤੁਸ਼ਟ ਹੈ, ਉਹਨਾਂ ਗਰਾਈ ਇਕੱਠੀ ਕਰਕੇ ਵੇਚ ਦੇਣੀ ਹੈ ਤੇ 50,000 ਬਾਬਾ ਜੀ ਨੂੰ ਮਹੀਨੇ ਵਾਲੇ ਦਿਨ ਦੇ ਦੇਣਾ, ਉੱਤੇ ਜੋ ਵਧਿਆ ਉਹ ਅਗਲੇ ਦਾ ਮੁਨਾਫਾ। ਇਸ ਤਰ੍ਹਾਂ ਆਪ ਦਾ ਪਹਿਲੋਂ ਨਾਮ ਚਲਾ ਕੇ ਫਿਰ ਨਾਮ ਵਰਤਦੇ ਨੇ। ਬਚੋ। ਓਪਨ ਹੋ ਕੇ ਕੀ ਸਾਜ਼ਿਸ਼ਾਂ ਕਰ ਸਕਦੇ ਆ ਇਹਨਾਂ ਦੀਆਂ, ਓਪਨ ਕੀ ਖੁਲਾਸੇ ਹੋ ਸਕਦੇ ਨੇ। ਸਭ ਪੁਲਿਸਾਂ ਸਰਕਾਰਾਂ ਦੇ ਬੰਦੇ ਨੇ ਇਹ, ਮਿਲੇ ਹੋਏ ਨੇ ਵਿੱਚ, ਤੇ ਇਹਨਾਂ ਦਾ ਕੋਈ ਹੱਲ ਨਹੀਂ। ਇਹੀ ਹੱਲ ਆ ਵੀ ਆਪ ਪਿੱਛੇ ਹਟ ਜਾਓ ਤੇ ਨਾਮ ਦੀ ਧੁਨ ਦੀ ਜਿਹੜੀ ਆਪਾਂ ਗੱਲ ਕੀਤੀ ਆ, ਉਸ ਨਾਮ ਧੁਨ ਦੇ ਵਿੱਚ ਸੇਵਾ ਕਰਕੇ, ਉਸ ਨਾਮ ਸੱਚੇ ਪਾਤਸ਼ਾਹ ਦੀ ਸੇਵਾ ਕਰੋ, ਉਹਦੇ ਵਿੱਚੋਂ ਤੁਹਾਡਾ ਉਧਾਰ ਹੋਏਗਾ। ਸੋ ਇਸ ਕਰਕੇ ਜੇ ਨਾਮ ਸੱਚ ਦੀ ਆਪਾਂ ਗੱਲ ਕੀਤੀ ਹੈ, ਅਨਾੜੀ ਸੰਤਾਂ ਦੀ ਜਾਲਸਾਜੀ ਦੀ ਗੱਲ ਕੀਤੀ ਹੈ ਵੀ ਇਹ ਕਿਸ ਤਰ੍ਹਾਂ ਭੋਲੀ ਸੰਗਤ ਨੂੰ ਜਿਹੜਾ ਹੈ ਉਹ ਠੱਗਦੇ ਆ।